ਸਿੱਖਾਂ ਦੇ ਉੱਤੇ ਸਭ ਤੋਂ ਵੱਡਾ ਧੱਬਾ ਔਰ 에ਅਰ ਇੰਡੀਆ ਬੰਬ ਕਾਂਡ ਦੇ ਵਿੱਚ ਬਦਨਾਮ ਵੀ ਸਭ ਤੋਂ ਵੱਧ ਸਿੱਖ ਹੋਏ ਅਤੇ ਮਾਰੇ ਵੀ ਗਏ ਸਭ ਤੋਂ ਵੱਧ ਸਿੱਖ ਪਰਿਵਾਰ ਸੀ। ਇਹੀ ਸਵਾਲ ਮੈਂ ਰੇਜ਼ ਕੀਤਾ ਕਿ ਨਵਦੀਪ ਸਿੰਘ ਬੈਂਸ ਜਿਸ ਦੇ ਦੋਵੇਂ ਪਰਿਵਾਰ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਸੀਗੇ, ਜਗਮੀਤ ਸਿੰਘ ਜਿਸ ਨੇ ਇਸ ਸਾਰੀ ਮੁਹਿੰਮ ਨੂੰ ਪੌੜੀਆਂ ਬਣਾ ਕੇ ਇੱਥੇ ਤੱਕ ਪਹੁੰਚਿਆ, ਰੂਬੀ ਸਹੋਤਾ ਜਿਨ੍ਹਾਂ ਦਾ ਪਰਿਵਾਰ ਇਸ ਸੰਸਥਾ ਦੇ ਨਾਲ ਜੁੜਿਆ ਸੀ, ਗਗਨ ਸਿਕੰਦ ਜਿਹੜੇ ਕਿ ਇਸ ਲਹਿਰ ਦੇ ਮੋਢੀਆਂ ਦੇ ਘਰ ਰਹਿ ਕੇ ਪਲੇ ਹੋਏ ਨੇ, ਤੇ ਇਸ ਤੋਂ ਇਲਾਵਾ ਹਰਜੀਤ ਸਿੰਘ ਸੱਜਣ, ਤੇ ਇਹ ਤੋਂ ਇਲਾਵਾ ਸਰਾਏ ਜਾਂ ਫਿਰ ਹੋਰ ਕਿੰਨੇ ਵੀ ਨੇ ਜਿਹੜੀਆਂ ਕਿਤੇ ਨਾ ਕਿਤੇ ਜਾ ਕੇ ਇਸ ਸੰਸਥਾਵਾਂ ਦੇ ਨਾਲ ਜੁੜੇ ਰਹੇ ਤੇ ਇਹਨਾਂ ਚੀਜ਼ਾਂ ਨੂੰ ਉਭਾਰ ਕੇ ਕਿ ਅਸੀਂ ਤੁਹਾਡੀ ਆਵਾਜ਼ ਬੁਲੰਦ ਕਰਾਂਗੇ, ਅਸੀਂ ਜੋ ਸਾਡਾ ਸਿੱਖਾਂ ਦਾ ਕੰਸਰਨ ਆ ਉਸ ਨੂੰ ਪਾਰਲੀਮੈਂਟ ਤੇ ਤੱਕ ਲੈ ਕੇ ਜਾਵਾਂਗੇ, ਤੇ ਉਹ ਚੁੱਪ ਨੇ। ਜਿਸ ਤਰ੍ਹਾਂ ਉਹਨਾਂ ਨੇ ਦਸਤਾਰ ਨੂੰ ਬੀ ਹਾਈਬ ਦੱਸਿਆ ਇੱਕ ਇੰਟਰਵਿਊ ਦੇ ਵਿੱਚ ਕਿ ਇਹ ਸ਼ਹਿਦ ਦਾ ਛੱਤਾ। ਸਟਾਰਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਏ ਹਾਂ ਸਟਾਰਟਾਕ ਦਾ। ਅੱਜ ਤੁਹਾਡੇ ਨਾਲ ਗੱਲ ਕਰਾਂਗੇ ਥੋੜ੍ਹੀ ਜਿਹੀ ਪਿਛਲੇ ਦਿਨਾਂ ਵਿੱਚ ਇੱਕ ਰਿਪੋਰਟ ਆਈ ਹੈ ਖਾਲਿਸਤਾਨ ਪ੍ਰੋਜੈਕਟ ਆਫ ਪਾਕਿਸਤਾਨ। CBC ਦੇ ਸਾਬਕਾ ਜਰਨਲਿਸਟ ਟੈਰੀ ਮਲਸਕੀ ਹੁਣਾਂ ਵੱਲੋਂ ਇਹ 24 ਸਫ਼ਿਆਂ ਦੀ ਰਿਪੋਰਟ ਤਿਆਰ ਕੀਤੀ ਗਈ ਹੈ। ਇਹਦੇ ਬਾਰੇ ਅੱਜ ਚਰਚਾ ਕਰਾਂਗੇ ਤੇ ਇਸ ਚਰਚਾ ਵਿੱਚ ਮੇਰੇ ਨਾਲ ਸ਼ਾਮਲ ਹੋਣਗੇ ਜਗਦੀਸ਼ ਗਰੇਵਾਲ, ਕੈਨੇਡੀਅਨ ਪੰਜਾਬੀ ਪੋਸਟ ਦੇ ਸੰਚਾਲਕ ਤੇ ਸੰਪਾਦਕ। ਜਗਦੀਸ਼ ਜੀ ਤੁਹਾਡਾ ਸਵਾਗਤ ਹੈ ਜੀ। ਸਿਮਰ ਜੀ ਥੈਂਕ ਯੂ ਸੋ ਮਚ, ਧੰਨਵਾਦ। ਔਰ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਗਦੀਸ਼ ਜੀ, ਤੁਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਹੋਏ ਹੋ। ਸੋ ਜਿਹੜੀ ਟੈਰੀ ਮਲਸਕੀ ਉਹਨਾਂ ਨੇ ਇਹ ਰਿਪੋਰਟ ਛਾਇਆ ਕੀਤੀ ਆ ਪਿਛਲੇ ਦਿਨਾਂ ਦੇ ਵਿੱਚ, ਉਹਦੇ 'ਤੇ ਤੁਸੀਂ ਸੰਪਾਦਕੀ ਵੀ ਲਿਖੀ ਹੈ। ਪਹਿਲਾਂ ਤਾਂ ਤੁਸੀਂ ਆਪਣੇ ਵਿਚਾਰ, ਆਪਣਾ ਪੱਤਰਕਾਰੀ ਪੱਖ ਦੱਸੋ ਵੀ ਤੁਸੀਂ ਇਸ ਰਿਪੋਰਟ ਨੂੰ ਕਿਵੇਂ ਲੈਂਦੇ ਹੋ? ਇਹ ਰਿਪੋਰਟ ਟੈਰੀ ਮਲਸਕੀ ਨੇ ਜਿਹੜੀ ਲਿਖੀ ਹੈ ਇਹਦੇ 'ਚ ਜ਼ਿਆਦਾਤਰ ਇਹਨੇ ਕੈਨੇਡੀਅਨ ਪ੍ਰਪੇਖ ਦੇ ਵਿੱਚ ਗੱਲ ਕੀਤੀ ਹੈ। ਹਾਂਜੀ। ਸੋ ਇਹਨੇ ਜੋ ਪੰਜਾਬ ਦੇ ਵਿੱਚ ਇਹ ਸੰਘਰਸ਼ ਚੱਲਿਆ ਉਸ ਨੂੰ ਇਹਨੇ ਪਾਸੇ ਰੱਖ ਦਿੱਤਾ। ਇਹਨੇ ਜੋ ਇਸ ਸਮੇਂ ਕੈਨੇਡਾ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਚੱਲ ਰਹੀ ਹੈ ਉਸ ਨੂੰ ਹੀ ਮੂਹਰੇ ਰੱਖ ਕੇ ਉਸ ਦੇ ਆਧਾਰ ਦੇ ਉੱਤੇ ਇਹ ਸਾਰੀ ਰਿਪੋਰਟ ਉਸਨੇ ਲਿਖੀ ਹੈ। ਸੋ ਇਹਨੂੰ ਅੱਗੇ ਚੱਲ ਕੇ ਆਪਦਾ ਐਨਾਲਿਸਿਸ ਕਰਦੇ ਜਾਵਾਂਗੇ ਕਿ ਜਿਹੜੀ ਇਸ ਦੀ ਰਿਪੋਰਟ ਹੈ ਇਸ ਦੇ ਵਿੱਚ ਇਹਨੇ ਕੀ ਗੱਲਾਂ ਕੀਤੀਆਂ ਔਰ ਜਿਹੜੀ ਇਸ ਦੀ ਇਸ ਸਮੇਂ ਵਿਰੋਧਤਾ ਹੋ ਰਹੀ ਹੈ ਇਸ ਰਿਪੋਰਟ ਦੀ ਸਿੱਖ ਸੰਸਥਾਵਾਂ ਵੱਲੋਂ ਉਹ ਕਿਉਂ ਇਸ ਦੀ ਵਿਰੋਧਤਾ ਕਰ ਰਹੇ ਨੇ। ਸੋ ਇਹ ਰਿਪੋਰਟ ਜਿਹੜੀ ਕੈਨੇਡਾ ਦੀ ਸਿੱਖ ਸਿਆਸਤ ਦੇ ਉੱਤੇ ਇੱਕ ਵੱਡੀ ਸੱਟ ਵੀ ਹੈ ਅਤੇ ਕਿਤੇ ਨਾ ਕਿਤੇ ਇਸ ਗੱਲ ਨੂੰ ਐਕਸਪੋਜ਼ ਵੀ ਕਰ ਰਹੀ ਹੈ ਕਿ ਜਿਹੜੇ ਇੱਥੋਂ ਦੇ ਖਾਲਿਸਤਾਨੀ ਮੂਵਮੈਂਟ ਦੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਪਾਕਿਸਤਾਨ ਸਪੋਰਟ ਕਰ ਰਿਹਾ, ਪਰ ਉਹ ਕਿਤੇ ਤੱਥ ਨਹੀਂ ਦੇ ਰਿਹਾ ਗਾ ਕਿ ਪਾਕਿਸਤਾਨ ਨੇ ਕਿੱਥੇ ਤੇ ਕਦੋਂ ਇਹਨਾਂ ਸੰਸਥਾਵਾਂ ਦੀ ਸਪੋਰਟ ਕੀਤੀ ਹੈ। ਅੱਛਾ, ਜੇ ਆਪਾਂ ਇੱਥੋਂ ਗੱਲ ਸ਼ੁਰੂ ਕਰੀਏ ਵੀ ਬਾਹਲੀਆਂ ਜਿਹੜੇ ਇਸ ਜੇ ਕਹੀਏ ਵੀ ਪ੍ਰੋ ਖਾਲਿਸਤਾਨ ਜਿਹੜੇ ਲੋਕ ਨੇ ਉਹਨੂੰ ਇਸ ਤਰ੍ਹਾਂ ਲੈਂਦੇ ਨੇ ਵੀ ਹੁਣ ਸਾਰਾ ਮਾਹੌਲ ਹਰ ਪਾਸੇ ਸ਼ਾਂਤ ਸੀ। ਸੋ ਇਸ ਸਮੇਂ ਟੈਰੀ ਵੱਲੋਂ ਇਹ ਰਿਪੋਰਟ ਲਿਆਉਣ ਦਾ ਕੀ ਮਕਸਦ ਸੀਗਾ? ਦੇਖੋ, ਰੈਫਰੈਂਡਮ 2020 ਇਸ ਸਮੇਂ ਚੱਲ ਰਿਹਾ। ਰੈਫਰੈਂਡਮ 2020 ਬਾਰੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਸਿੱਖਸ ਫॉर ਜਸਟਿਸ ਵੱਲੋਂ ਇਹ ਜਿਹੜੇ ਆਪਣੇ ਸਟਾਲ ਲਾਏ ਜਾ ਰਹੇ ਨੇ ਅਤੇ ਰੈਫਰੈਂਡਮ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਟੈਰੀ ਮਲਸਕੀ ਇਸ ਨੂੰ ਇਸ ਪੱਖ ਤੋਂ ਦੇਖ ਰਿਹਾ ਹੈ ਕਿ ਇੱਥੇ ਜਿਸ ਤਰ੍ਹਾਂ ਰੈਫਰੈਂਡਮ ਦੀ ਗੱਲ ਚੱਲ ਰਹੀ ਹੈ ਪੰਜਾਬ ਤੇ ਜਾਂ ਫਿਰ ਕੁਝ ਇੱਕ ਹੋਰਾਂ ਮੁਲਕਾਂ ਨੂੰ ਛੱਡ ਕੇ ਬਾਕੀ ਓਵਰਆਲ ਕਿਤੇ ਇੱਦਾਂ ਦੀ ਗੱਲਬਾਤ ਨਹੀਂ ਚੱਲ ਰਹੀ। ਸੋ ਕੈਨੇਡਾ ਦੇ ਵਿੱਚ ਜੋ ਰੈਫਰੈਂਡਮ 2020 ਸਿੱਖਸ ਫॉर ਜਸਟਿਸ, ਕਿਉਂਕਿ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ ਇੱਥੋਂ ਕੈਨੇਡਾ ਤੋਂ ਨੇ ਤੇ ਅਮਰੀਕਾ ਤੇ ਵਿੱਚ ਹੁਣ ਰਹਿੰਦੇ ਨੇ, ਸੋ ਉਹਨਾਂ ਦਾ ਤੇ ਇਹਨਾਂ ਦਾ ਸਿੱਖਸ ਫॉर ਜਸਟਿਸ ਦੀ ਜਿਹੜੀ ਸੰਸਥਾ ਹੈ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਵੱਡਾ ਜ਼ੋਰ ਹੈ। ਸੋ ਇਸ ਚੀਜ਼ ਨੂੰ ਲੈ ਕੇ ਕਿ ਇਹ ਕਿਵੇਂ ਸਿੱਖਸ ਫॉर ਜਸਟਿਸ ਦਾ ਰੈਫਰੈਂਡਮ 2020 ਇਸ ਸਮੇਂ ਜੇ ਚੱਲ ਰਿਹਾ ਵਾ ਉਹਨੂੰ ਫਿਊਲ ਕਿੱਥੋਂ ਮਿਲ ਰਿਹਾ ਵਾ, ਉਹਨੂੰ ਕਿੱਥੋਂ ਇੰਨੀ ਫੰਡਿੰਗ ਹੋ ਰਹੀ ਹੈ, ਇਹਨੂੰ ਉਭਾਰਨ ਦੀ ਉਹਨੇ ਕੋਸ਼ਿਸ਼ ਕੀਤੀ ਹੈ। ਅੱਛਾ, ਜੇ ਆਪਾਂ ਸਿੱਖ ਸੰਸਥਾਵਾਂ ਦੀ ਗੱਲ ਕਰੀਏ, ਜਦੋਂ ਤੋਂ ਇਹ ਰਿਪੋਰਟ ਆਈ ਉਸ ਤੋਂ ਬਾਅਦ ਵੱਖ-ਵੱਖ ਭਾਵੇਂ ਕਿ ਸੋਸ਼ਲ ਮੀਡੀਆ 'ਤੇ ਕੋਈ ਇੰਨੀ ਬਾਹਲੀ ਚਰਚਾ ਦੇਖਣ ਨੂੰ ਨਹੀਂ ਮਿਲੀ, ਪਰ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਸੋ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦਾ ਤੁਹਾਡੇ ਹਿਸਾਬ ਦੇ ਨਾਲ ਕਿਸ ਤਰ੍ਹਾਂ ਦਾ ਰਿਐਕਸ਼ਨ ਹੈ? ਇੱਕ ਪਹਿਲਾਂ ਤਾਂ ਆਪਾਂ ਇਹਦੀ ਰਿਪੋਰਟ 'ਤੇ ਥੋੜ੍ਹੀ ਜਿਹੀ ਮੋਟੀ ਨਜ਼ਰ ਮਾਰ ਲਈਏ। ਹਾਂਜੀ, ਠੀਕ ਹੈ। ਇਹਦੇ 'ਚ 4-5 ਚੈਪਟਰ ਨੇ ਜਿਹੜੇ ਟੈਰੀ ਮਲਸਕੀ ਨੇ ਲਿਖੇ ਨੇ। ਹਾਂਜੀ, ਜਿਹਦੇ ਵਿੱਚ ਇੱਕ ਚੈਪਟਰ ਹੈ ਤਲਵਿੰਦਰ ਸਿੰਘ ਪਰਮਾਰ ਦੇ ਨਾਲ ਸੰਬੰਧਿਤ 에ਅਰ ਇੰਡੀਆ ਬੰਬਿੰਗ ਨੂੰ ਲੈ ਕੇ, ਜਿੱਥੋਂ ਜਿਹੜਾ ਟੈਰੀ ਮਲਸਕੀ ਹੈ ਇਹ 1967 ਦੇ ਵਿੱਚ ਇਹਨੇ ਪਹਿਲਾਂ ਇੰਡੀਆ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਉਦੋਂ ਦੀ ਇੰਦਰਾ ਗਾਂਧੀ ਉਹਨਾਂ ਨਾਲ ਮੁਲਾਕਾਤ ਕੀਤੀ ਔਰ 52 ਕੰਟਰੀਆਂ ਦੇ ਵਿੱਚ ਇਹ ਘੁੰਮੇ ਹੋਏ ਨੇ ਔਰ ਖ਼ਾਸ ਜਿਹੜਾ ਇਹਨੂੰ ਅਸਾਈਨ ਕੀਤਾ ਗਿਆ ਸੀਗਾ ਜੌਬ ਬੀਇੰਗ ਏ ਜਰਨਲਿਸਟ ਵਿਦ CBC। ਜਦੋਂ ਆਪਾਂ 2009 ਦੇ ਵਿੱਚ ਪ੍ਰਧਾਨ ਮੰਤਰੀ ਹਰਪਰ ਦੇ ਨਾਲ ਗਿਆ ਸੀ ਉਦੋਂ ਵੀ ਇਹ ਆਪਣੇ ਨਾਲ ਸੀਗੇ ਉਦੋਂ।
ਬਿਲਕੁਲ। ਔਰ ਇਹਦੀ ਜਿਹੜੀ ਅਸਾਈਨਮੈਂਟ ਖਾਸ ਸੀਗੀ ਉਹ 에ਅਰ ਇੰਡੀਆ ਜਿਹੜਾ ਬੰਬ ਹੋਇਆ, ਕਾਂਡ ਹੋਇਆ ਸੀਗਾ, ਉਸ ਨੂੰ ਕਵਰ ਕਰਨ ਦੇ ਲਈ ਇਹ ਆਇਰਲੈਂਡ ਵੀ ਗਏ ਅਤੇ ਇਹਨਾਂ ਨੇ ਉਸ ਦੇ ਉੱਤੇ ਬਹੁਤ ਕੰਮ ਵੀ ਕੀਤਾ, ਬਹੁਤ ਰਿਪੋਰਟਾਂ ਵੀ ਲਿਖੀਆਂ ਅਤੇ ਬਹੁਤ ਕੁਛ ਉਸ ਦੇ ਬਾਰੇ 'ਚ ਇਹਨਾਂ ਨੇ ਲਿਖਿਆ। ਕਿਤੇ ਕਿਤੇ ਤਾਂ ਜਦੋਂ ਦੀ ਰਿਪੋਰਟਿੰਗ ਕਰਦੇ ਹੁੰਦੇ ਆ ਇੰਝ ਲੱਗਦਾ ਹੁੰਦਾ ਹੈ ਕਿ ਖੁਦ ਹੀ ਜਿਹੜਾ ਜੱਜ ਤਿਜੋਰੀ ਉਸ ਦੇ ਵਿੱਚ ਬਣ ਰਹੇ ਨੇ, ਕਿਉਂਕਿ ਇਹਨਾਂ ਨੇ ਬੜੀ ਫੋਰਸਫੁਲੀ ਇਹ ਚੀਜ਼ ਨੂੰ ਉਦੋਂ ਆਪਣੀ ਸਾਰੀ ਰਿਪੋਰਟਸ ਦੇ ਵਿੱਚ ਗੱਲਾਂ ਕੀਤੀਆਂ ਕਿ ਕੈਨੇਡੀਅਨ ਜਿਹੜੀਆਂ ਏਜੰਸੀ ਨੇ, ਚਾਹੇ ਉਹ ਸੀਸਸ ਆ, ਚਾਹੇ RCMP ਆ, ਚਾਹੇ ਲੋਕਲ ਪੁਲਿਸ ਹੈ, ਉਹਨਾਂ ਦਾ ਤਾਲਮੇਲ ਨਾ ਹੋਣ ਕਾਰਨ ਜਿਹੜਾ 에ਅਰ ਇੰਡੀਆ ਦੀ ਬੌਂਬਿੰਗ ਦੀ ਇਨਕੁਆਇਰੀ ਆ ਉਹ ਪ੍ਰੋਪਰ ਨਹੀਂ ਹੋ ਸਕੀ। ਸੋ ਉਹ ਤੋਂ ਉਹ ਕਾਫੀ ਨਿਰਾਸ਼ ਵੀ ਰਹੇ ਨੇ। ਇਹਨਾਂ ਨੇ ਕੰਮ ਉਸ ਦੇ ਉੱਤੇ ਬਹੁਤ ਕੀਤਾ, ਇਨਵੈਸਟੀਗੇਟਿਵ ਰਿਪੋਰਟਿੰਗ ਵੀ ਕੀਤੀ ਹੈ, ਸਾਰਾ ਕੁਛ ਕੀਤਾ। ਸੋ ਇਹਦੇ 'ਚ ਜਿਹੜਾ ਇੱਕ ਚੈਪਟਰ ਆਉਂਦਾ ਰਿਪੋਰਟ ਦੇ ਵਿੱਚ ਉਹ ਤਲਵਿੰਦਰ ਸਿੰਘ ਪਰਮਾਰ ਦੇ ਨਾਲ ਸੰਬੰਧਿਤ ਹੈ। ਤਲਵਿੰਦਰ ਸਿੰਘ ਪਰਮਾਰ, ਜਦੋਂ ਸਭ ਨੂੰ ਪਤਾ ਹੈ ਕਿ ਇੰਦਰਜੀਤ ਸਿੰਘ ਰਿਆਤ ਜਿਹੜੇ ਕਿ ਇੱਕੋ ਇੱਕ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਇਹ ਸਾਰੇ ਮਾਮਲੇ ਦੇ ਵਿੱਚ, ਇੰਗਲੈਂਡ ਤੋਂ ਜਦੋਂ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਉਸ ਤੋਂ ਬਾਅਦ ਤਲਵਿੰਦਰ ਸਿੰਘ ਪਰਮਾਰ ਜਿਹੜੇ ਇੱਥੋਂ ਡਿਸਪੀਅਰ ਹੋ ਗਏ। ਕਿਸ ਤਰ੍ਹਾਂ ਉਹ ਕੈਨੇਡਾ ਤੋਂ ਡਿਸਪੀਅਰ ਹੋ ਕੇ ਪਾਕਿਸਤਾਨ ਦੇ ਵਿੱਚ ਫਿਰ ਜਿਹੜੀ ਉਹਨਾਂ ਦੀ ਫੋਟੋ ਜਾ ਕੇ ਛਪੀ ਅਤੇ ਉਸ ਨੇ ਕਾਫੀ ਬਾਬਵੇਲਾ ਖੜਾ ਕੀਤਾ ਸੀ। ਸੋ ਤਲਵਿੰਦਰ ਸਿੰਘ ਪਰਮਾਰ ਬਾਰੇ ਜੋ ਲਿਖਿਆ ਗਿਆ ਆ, ਇੱਕ ਤਾਂ ਇਹ ਟੈਰੀ ਮਰੈਸਕੀ ਦੀ ਸਾਰੀ ਆਪਣੀ ਹੁਣ ਤੱਕ ਦੇ ਜਰਨਲਿਜ਼ਮ ਦੇ ਕੈਰੀਅਰ ਦੇ ਵਿੱਚ ਜਦੋਂ ਦੇ 에ਅਰ ਇੰਡੀਆ ਬੌਂਬਿੰਗ ਨੂੰ ਕਵਰ ਕਰਦੇ ਆ ਰਹੇ ਆ, ਤਲਵਿੰਦਰ ਸਿੰਘ ਪਰਮਾਰ ਬਾਰੇ ਇਹ ਅਕਸਰ ਗੱਲ ਕਰਦੇ ਆ ਰਹੇ ਆ ਕਿ ਇਹਨੂੰ ਜਿਹੜਾ ਗਲੋਰੀਫਾਈ ਕੀਤਾ ਜਾ ਰਿਹਾ ਕੈਨੇਡਾ ਵਿੱਚ ਸਿੱਖਾਂ ਵੱਲੋਂ ਉਹ ਗਲਤ ਕੀਤਾ ਜਾ ਰਿਹਾ। ਇਸ ਦੇ ਉੱਤੇ ਉਹਨਾਂ ਨੇ ਆਪਣੀ ਇਸ ਰਿਪੋਰਟ ਦੇ ਵਿੱਚ ਵੀ ਕਿੰਤੂ ਪਰੰਤੂ ਕੀਤਾ। ਔਰ ਇੱਕ ਉਹ ਤਲਵਿੰਦਰ ਸਿੰਘ ਪਰਮਾਰ ਦੀ ਫੋਟੋ ਜਿਹੜੀ ਕਿ ਕੈਨੇਡਾ ਤੋਂ ਜਾਣ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਅਫਗਾਨਿਸਤਾਨ ਬਾਰਡਰ ਦੇ ਲਾਗੇ ਇੱਕ ਹਥਿਆਰਾਂ ਵਾਲੇ ਬਾਜ਼ਾਰ ਦੀ ਦੁਕਾਨ 'ਤੇ ਖਿੱਚੀ ਗਈ ਸੀਗੀ, ਗਨ ਦੇ ਨਾਲ ਖਿੱਚੀ ਗਈ ਹੈ। ਉਹ ਜਿਹੜੀ ਫੋਟੋ ਵੀ ਇਸ ਰਿਪੋਰਟ ਦੇ ਵਿੱਚ ਸ਼ਾਮਲ ਕੀਤੀ ਗਈ ਹੈ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜੀ ਫੋਟੋ ਉਹਨਾਂ ਦੀ ਇਸ ਗਨ ਦੇ ਨਾਲ ਹੈ, ਵੱਡੀ ਗਨ ਦੇ ਨਾਲ, ਔਰ ਇਹ ਇੱਥੇ ਵੀ ਪੰਜਾਬੀ ਦੇ ਇੱਕ ਅਖਬਾਰ ਦੇ ਵਿੱਚ ਉਦੋਂ ਛਪੀ ਸੀਗੀ। ਔਰ ਉਹ ਛਪਣ ਤੋਂ ਬਾਅਦ ਇੱਥੇ ਬਹੁਤ ਵੱਡਾ ਬਾਬਵੇਲਾ ਮਚਿਆ ਸੀਗਾ। ਔਰ ਇੱਥੇ ਗਲੋਬਲ ਮੇਲ ਨੇ ਅਤੇ ਹੋਰ ਮੇਨ ਸਟ੍ਰੀਮ ਮੀਡੀਆ ਨੇ ਵੀ ਕਵਰ ਕੀਤਾ ਸੀ ਔਰ ਵੱਖ-ਵੱਖ ਸਿੱਖ ਸੰਸਥਾਵਾਂ ਨੇ ਉਸ ਨੂੰ ਕੰਡੈਮ ਕੀਤਾ ਸੀਗਾ ਕਿ ਤਲਵਿੰਦਰ ਸਿੰਘ ਪਰਮਾਰ ਜਦੋਂ ਉੱਥੇ ਗਏ ਸੀਗੇ ਅਤੇ ਉੱਥੇ ਜਾ ਕੇ ਉਹਨਾਂ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਅਸੀਂ 에ਅਰ ਇੰਡੀਆ ਨੂੰ ਉਡਾ ਦਿਆਂਗੇ, ਖ਼ਤਮ ਕਰ ਦਿਆਂਗੇ। ਇਹ ਸਟੇਟਮੈਂਟ ਇੱਥੇ ਪੰਜਾਬੀ ਅਖਬਾਰ 'ਚ ਵੀ ਛਪੀ ਸੀਗੀ ਅਤੇ ਇਹ ਜਿਹੜੀ ਸਟੇਟਮੈਂਟ ਆ ਉਹਨਾਂ ਦੀ ਅੱਗੇ ਜਦੋਂ ਇਨਕੁਆਇਰੀ ਚੱਲ ਰਹੀ ਸੀ ਸਾਰੀ ਜੌਨ ਮੇਜਰਸ ਦੀ ਕਮਿਸ਼ਨ ਦੀ, ਉਹਦੇ ਸਾਹਮਣੇ ਵੀ ਇਹ ਰੱਖੀ ਪਈ ਸੀਗੀ, ਉੱਥੇ ਵੀ ਇਹ ਸਾਰਾ ਕੁਝ ਚੱਲਿਆ ਸੀਗਾ। ਸੋ ਉਹ ਤੋਂ ਬਾਅਦ ਤਲਵਿੰਦਰ ਸਿੰਘ ਪਰਮਾਰ ਦੇ ਬਾਰੇ 'ਚ ਇੱਥੇ ਸਾਡੇ WSO ਅਤੇ ਕੁਝ ਇੱਕ ਹੋਰ ਸਿੱਖ ਸੰਸਥਾਵਾਂ ਨੇ ਉਸ ਨੂੰ ਕੰਡੈਮ ਕੀਤਾ ਸੀ, ਉਹਨੂੰ ਗਲੋਰੀਫਾਈ ਨਹੀਂ ਕੀਤਾ ਸੀਗਾ। ਇਸ ਤੱਥ ਨੂੰ ਬਹੁਤ ਘੱਟ ਵਾਰਿਆ ਗਿਆ ਆ ਕਿ ਸਿੱਖਾਂ ਦੇ ਜਿਹੜੇ ਗਰੁੱਪ ਤਲਵਿੰਦਰ ਸਿੰਘ ਪਰਮਾਰ ਨੂੰ ਕੰਡੈਮ ਕਰਦੇ ਨੇ ਅਤੇ ਕਹਿ ਰਹੇ ਨੇ ਕਿ ਜੋ ਤਲਵਿੰਦਰ ਸਿੰਘ ਪਰਮਾਰ ਦੇ ਵਿਚਾਰ ਨੇ ਉਹ ਸਾਡੇ ਸਿੱਖਾਂ ਦੇ ਵਿਚਾਰ ਨਹੀਂ ਹੈ। ਕਿਉਂ ਜਦੋਂ ਇਹ ਬੰਬ ਕਾਂਡ ਹੋ ਗਿਆ ਸੀਗਾ ਉਸ ਤੋਂ ਬਾਅਦ ਸਿੱਖਾਂ ਦੇ ਉੱਤੇ ਸਭ ਤੋਂ ਵੱਡਾ ਧੱਬਾ ਔਰ 에ਅਰ ਇੰਡੀਆ ਬੰਬ ਕਾਂਡ ਦੇ ਵਿੱਚ ਬਦਨਾਮ ਵੀ ਸਭ ਤੋਂ ਵੱਧ ਸਿੱਖ ਹੋਏ ਅਤੇ ਮਾਰੇ ਵੀ ਗਏ ਸਭ ਤੋਂ ਵੱਧ ਸਿੱਖ ਪਰਿਵਾਰ ਸੀਗੇ। ਹਾਂਜੀ, ਅੱਛਾ, ਜਿਹੜੇ ਗਰੇਵਾਲ ਸਾਹਿਬ ਜਿਹੜੀ ਰਿਪੋਰਟ ਹੈ, ਜਦੋਂ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਜੋ ਸਿੱਖ ਸੰਸਥਾਵਾਂ ਦਾ ਰਿਐਕਸ਼ਨ ਇਹ ਵੀ ਦੇਖਣ ਨੂੰ ਮਿਲਿਆ ਵੀ ਜਿਹੜੀ ਟੈਰੀ ਦੀ ਰਿਪੋਰਟ ਹੈ ਉਹਦੇ ਪਿੱਛੇ ਉਹਦੀ ਮਨਸ਼ਾ ਇਹ ਹੈ ਵੀ ਜਿਹੜੇ ਕੈਨੇਡੀਅਨ ਸਿੱਖ ਨੇ, ਜੇ ਕੈਨੇਡੀਅਨ ਸਿਆਸਤ ਦੇ ਵਿੱਚ ਸਿੱਖ ਨੇ, ਉਹਨਾਂ ਦੀ ਇਮੇਜ ਨੂੰ ਓਵਰਆਲ ਡੈਮੇਜ ਕਰਨਾ। ਜੀ, ਤੁਸੀਂ ਕੀ ਸਮਝਦੇ ਹੋ? ਦੇਖੋ, ਇੱਕ ਤਾਂ ਤਲਵਿੰਦਰ ਸਿੰਘ ਪਰਮਾਰ ਦੇ ਉੱਤੇ ਫੈਸਲਾ ਕਿਸੇ ਨਾ ਕਿਸੇ ਦਿਨ ਜਾ ਕੇ ਪੂਰੀ ਸਿੱਖ ਕਮਿਊਨਿਟੀ ਨੂੰ ਕਰਨਾ ਪੈਣਾ ਹੈ। ਬਿਲਕੁਲ। ਜਿਸ ਤਰ੍ਹਾਂ ਇਸ ਰਿਪੋਰਟ ਤੋਂ ਬਾਅਦ ਟੈਰੀ ਮਲੈਸਕੀ ਇੱਕ ਇੰਟਰਵਿਊ ਦੇ ਵਿੱਚ ਗੱਲ ਕਰਦੇ ਨੇ ਕਿ ਜਿਹੜੇ ਸਿੱਖ ਇਹ ਦੱਸਦੇ ਨੇ ਕਿ ਤਲਵਿੰਦਰ ਸਿੰਘ ਪਰਮਾਰ ਸਿੱਖਾਂ ਦਾ ਸ਼ਹੀਦ ਆ, ਮਾਰਟਾਇਰ ਆ, ਉਹ ਆਪਣੇ ਬੱਚਿਆਂ ਨੂੰ ਗੁੰਮਰਾਹ ਕਰ ਰਿਹਾ, ਉਹ ਗੁੰਮਰਾਹ ਕਰ ਰਹੇ ਨੇ। ਔਰ ਦੂਸਰੇ ਪਾਸੇ ਜੇ ਅਸੀਂ ਇਹ ਗੱਲ ਕਹਿੰਦੇ ਆ, ਸਾਡੇ ਸਟਿਲ ਕੁਝ ਸਿੱਖ ਸੰਸਥਾਵਾਂ ਇੱਦਾਂ ਦੀਆਂ ਵੀ ਨੇ ਔਰ ਸਿੱਖ ਸਾਡੇ ਇੱਦਾਂ ਦੀ ਵਿਚਾਰਧਾਰਾ ਵਾਲੇ ਵੀ ਹੈ ਵੀ ਕਿਵੇਂ ਨਾ ਅਸੀਂ ਉਹਨੂੰ ਮਾਰਟਰ ਕਹੀਏ ਕਿ ਜੇ ਉਸ ਨੂੰ ਕਦੇ ਕੈਨੇਡੀਅਨ ਗਵਰਨਮੈਂਟ ਨੇ, ਕੈਨੇਡੀਅਨ ਸਿਸਟਮ ਨੇ ਕਦੇ ਚਾਰਜ ਹੀ ਨਹੀਂ ਕੀਤਾ ਗਾ, ਉਹ 'ਤੇ ਕੋਈ ਦੋਸ਼ ਹੀ ਨਹੀਂ ਲੱਗੇ, ਚਾਰਜ ਹੀ ਨਹੀਂ ਹੋਇਆ, ਨਾ ਕਨਵਿਕਟ ਹੋਇਆ, ਉਹ ਕਨਵਿਕਟ ਹੀ ਨਹੀਂ ਹੋਇਆਗਾ, ਅਤੇ ਉਸ ਨੂੰ ਅਸੀਂ ਕਿੱਦਾਂ ਕਹਿ ਦਈਏ ਕਿ ਉਹ ਉਹਦੇ 'ਚ ਸ਼ਾਮਲ ਸੀਗਾ। ਪਰ ਹੁਣ ਕਨਵਿਕਟ ਕਿੱਦਾਂ ਉਹ ਹੁੰਦਾ ਜਦ ਕਿ ਉਹਨੂੰ, ਕਿਉਂਕਿ ਕਨਵਿਕਸ਼ਨ ਤਾਂ ਤਾਂ ਹੀ ਹੋਣੀ ਸੀ ਜਦੋਂ ਉਹ ਇੱਥੇ ਹੁੰਦਾ ਜਾਂ ਜਿਉਂਦਾ ਹੁੰਦਾ। ਸੋ ਇਸ ਚੀਜ਼ ਦੇ ਉੱਤੇ ਡਿਸਾਈਡ ਕਰਨਾ ਪੈਣਾ ਹੈ। ਇੱਕ ਥਾਂ ਦੇ ਉੱਤੇ ਖੜੇ ਹੋਣਾ ਪੈਣਾ ਕਮਿਊਨਿਟੀ ਨੂੰ ਤਲਵਿੰਦਰ ਸਿੰਘ ਪਰਮਾਰ ਦੇ ਉੱਤੇ। ਹੁਣ ਜਦੋਂ ਰੈਫਰੈਂਡਮ 2020 ਦੀ ਗੱਲ ਕਰਦੇ ਹਾਂ ਆਪਾਂ, ਜਿੱਥੇ ਟੈਰੀ ਮਲੈਸਕੀ ਤਲਵਿੰਦਰ ਸਿੰਘ ਪਰਮਾਰ ਤੋਂ ਇੰਨਾ ਖਫਾ ਹੈ ਕਿ ਉਹ ਇਨਵੋਲਵ ਸੀ ਇਹ ਸਾਰੇ 에ਅਰ ਇੰਡੀਆ ਕਾਂਡ ਦੇ ਵਿੱਚ, ਅਤੇ ਉਹਦੇ ਨਾਂ ਦੇ ਉੱਤੇ ਹੁਣ ਸਿੱਖਸ ਫॉर ਜਸਟਿਸ ਨੇ ਉੱਥੇ ਸੈਂਟਰ ਖੋਲ੍ਹਿਆ ਜਿੱਥੇ ਵੋਟਿੰਗ ਹੋਣੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ
ਟੈਰੀ ਮਲੈਸਕੀ ਲਿਖਦਾ, ਪਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਸਾਡੀਆਂ ਕੱਲੀ ਗੱਲ ਦੇ ਉੱਤੇ ਜੇ ਆਪਾਂ ਦੇਖੀਏ, ਜੇ ਹੁਣ ontario ਸਿੱਖ ਗੁਰਦੁਆਰਾ ਕੌਂਸਲ ਹੋ ਗਈ ਔਰ 50 ਸਕਾਲਰਸ ਨੇ ਵੱਖ-ਵੱਖ ਯੂਨੀਵਰਸਿਟੀ ਦੇ, ਤੇ ਜਾਂ ਫਿਰ ontario ਗੁਰਦੁਆਰਾ ਕਮੇਟੀ ਹੋ ਗਈ, ਜਾਂ ਫਿਰ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੰਸਥਾਵਾਂ ਹੋ ਗਈਆਂ, ਜਾਂ ਫਿਰ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਹੋ ਗਈਆਂ, ਜਿਨ੍ਹਾਂ ਨੇ ਤੇ ਗੱਲ ਕੀਤੀ ਹੈ, ਉਹਨਾਂ ਨੇ ਇਹ ਪੱਖ ਨਹੀਂ ਛੋਇਆ ਗਾ ਕਿ ਕੀ ਤਰਵਿੰਦਰ ਸਿੰਘ ਪਰਮਾਰ ਬਾਰੇ ਇਸ ਤਰ੍ਹਾਂ ਉਸ ਦੀ ਗੱਲ ਕਰਨੀ ਸਹੀ ਹੈ ਜਾਂ ਗਲਤ ਹੈ। ਪਰ ਜਦੋਂ ਤਰਵਿੰਦਰ ਸਿੰਘ ਪਰਮਾਰ ਦੀ ਗੱਲ ਕਰਦੇ ਟੈਰੀ ਮਲੈਸਕੀ ਸਿੱਖ ਐਕਸਟ੍ਰੀਮਿਸਟ ਸ਼ਬਦ ਵਰਤ ਜਾਂਦੇ ਨੇ, ਉਸ ਚੀਜ਼ ਦਾ ਇਤਰਾਜ਼ ਰਹਿੰਦਾ ਹੈ। ਔਰ ਇਸ ਚੀਜ਼ ਦਾ ਵੀ ਇਤਰਾਜ਼ ਹੈ ਕਿ ਜਦੋਂ ਤਰਵਿੰਦਰ ਸਿੰਘ ਪਰਮਾਰ ਦੀ ਸਟੇਟਮੈਂਟ ਇੱਥੇ ਛਪੀ ਸੀਗੀ, ਉਸ ਦੀ ਜਿਹੜੀ ਗਲੋਬਲ ਮੇਲ ਤੇ ਹੋਰਾਂ ਮੇਨ ਸਟ੍ਰੀਮ ਮੀਡੀਆ ਨੇ ਕਵਰੇਜ ਕੀਤੀ ਸੀ ਕਿ ਸਿੱਖ ਕਮਿਊਨਿਟੀ ਇਸ ਤਲਵਿੰਦਰ ਸਿੰਘ ਪਰਮਾਰ ਦੀ ਸਟੇਟਮੈਂਟ ਨੂੰ ਕੰਡੈਮ ਕਰਦੀ ਹੈ, ਉਸ ਦਾ ਜ਼ਿਕਰ ਨਹੀਂ ਕਰਦੀ। ਉਸ ਦਾ ਜ਼ਿਕਰ ਟੈਰੀ ਮਲੈਸਕੀ ਨੇ ਵੀ ਨਹੀਂ ਕੀਤਾ ਗਾ। ਸੋ ਇਹ ਚੀਜ਼ ਤੋਂ ਲੈ ਕੇ ਜਿਹੜੀਆਂ ਸਿੱਖ ਸੰਸਥਾਵਾਂ ਉਹ ਟੈਰੀ ਮਲੈਸਕੀ ਦੇ ਨਾਲ ਖਫਾ ਨੇ। ਤੇ ਪਰ ਟੈਰੀ ਮਲੈਸਕੀ ਨੇ ਇਸ ਤੋਂ ਬਾਅਦ ਜਿੱਥੇ ਤਲਵਿੰਦਰ ਸਿੰਘ ਪਰਮਾਰ ਦੀ ਗੱਲ ਕੀਤੀ ਆ, ਉਸ ਦੇ ਨਾਲ ਫਿਰ ਉਹਨਾਂ ਨੇ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਕੋਈ ਮੁਹਿੰਮ ਨਹੀਂ ਗੀ, ਤੇ ਜੇ ਖਾਲਿਸਤਾਨ ਦੇ ਨਾਂ ਦੇ ਉੱਤੇ ਕੋਈ ਉੱਥੇ ਇਲੈਕਸ਼ਨ ਲੜਦਾ ਜਾਂ ਖਾਲਿਸਤਾਨੀ ਪੱਖੀ ਕੋਈ ਉੱਥੇ ਇਲੈਕਸ਼ਨ ਲੜਦਾ, ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ। ਹੁਣ ਜਿਹੜੀਆਂ ਸਿੱਖ ਸੰਸਥਾਵਾਂ ਨੇ ਆਪਣੀਆਂ, ਉਹ ਇਸ ਗੱਲ ਤਾਂ ਕਹਿੰਦੀਆਂ ਕਿ ਇਹਨੇ ਪੰਜਾਬ ਦੀ ਆਹ ਗੱਲ ਤਾਂ ਟੱਚ ਕੀਤੀ ਹੈ, ਪਰ ਪੰਜਾਬ ਦਾ ਸਿੱਖ ਦੂਸਰਾ ਪੱਖ ਨਹੀਂ ਟੱਚ ਕੀਤਾ ਜਿਹੜਾ, ਉਹ ਕਿਉਂ ਖਿਲਾਫ ਹੋ ਗਿਆ ਸਰਕਾਰ ਦੇ, ਜਾਂ ਫਿਰ ਕਿਸ ਤਰ੍ਹਾਂ ਜੋ ਦਰਬਾਰ ਸਾਹਿਬ ਤੇ ਅਟੈਕ ਹੋਇਆ, ਸਾਰਾ ਕੁਝ ਹੋਇਆ, ਵੀ ਉਸ ਨੂੰ ਨਹੀਂ ਉਭਾਰਦੀ, ਉਹਦੀ ਗੱਲ ਨਹੀਂ ਕਰਦੀ। ਜੇ ਆਪਾਂ ਸਿੱਧੇ ਤੌਰ ਤੇ ਗੱਲ ਕਰੀਏ ਵੀ ਟੈਰੀ ਮਲੈਸਕੀ ਨੇ ਕਦੇ ਵੀ ਆਪਣੇ ਕਿਸੇ ਆਰਟੀਕਲ ਜਾਂ ਕਿਸੇ ਰਿਪੋਰਟ ਵਿੱਚ ਇਹ ਜ਼ਿਕਰ ਨਹੀਂ ਕੀਤਾ ਵੀ ਸਿੱਖਾਂ ਦੇ ਨਾਲ ਇੰਡੀਆ ਦੇ ਵਿੱਚ ਵਿਤਕਰਾ ਹੋ ਰਿਹਾ ਜਾਂ ਉਹਨਾਂ ਦੇ ਨਾਲ ਦੂਜੇ ਸ਼ਹਿਰੀ ਦਾ ਜਿਹੜਾ ਵਿਤਕਰਾ ਹੋ ਰਿਹਾ ਜੀ। ਔਰ ਜਿੰਨੀਆਂ ਵੀ ਤੁਸੀਂ ਟੈਰੀ ਮਲੈਸਕੀ ਦੀਆਂ ਰਿਪੋਰਟਸ ਪੜ੍ਹੋਗੇ, ਉਹਦੇ 'ਚ ਉਹਨਾਂ ਨੇ ਇਸ ਪਾਸੇ ਜ਼ਿਕਰ ਨਹੀਂ ਕੀਤਾ ਗਾ। ਸੇਮ ਥਿੰਗ ਵਿਦ ਉਜਲ ਦਸਾਨ, ਜਿਨ੍ਹਾਂ ਨੇ ਇਸ ਚੀਜ਼ ਦਾ ਮੁਖਵੰਦ ਲਿਖਿਆ ਆ, ਉਹ ਵੀ ਉਸ ਚੀਜ਼ ਦਾ ਜ਼ਿਕਰ ਨਹੀਂ ਕਰਦੇਗੇ। ਉਹ ਇਹਨਾਂ ਦੇ ਮਾਜਮਦਾਰ ਜਿਹੜੇ ਕਿ ਆਪਣੇ ਪੁਰਾਣੇ ਕੰਜ਼ਰਵੇਟਿਵ ਰਹੇ ਨੇ, ਤੇ ਉਹਨਾਂ ਨੇ ਵੀ ਜਿਹੜਾ ਮੁਖਵੰਦ ਲਿਖਿਆ, ਉਹਨਾਂ 'ਤੇ ਵੀ ਇਹੀ ਦੋਸ਼ ਲੱਗਦੇ ਆ ਰਹੇ ਨੇ ਕਿ ਇਹ ਇੱਕ ਪਾਸੜ ਗੱਲ ਕਰਨ ਵਾਲੇ ਆ, ਬਾਇਸ ਗੱਲ ਕਰਨ ਵਾਲੇ ਆ। ਪਰ ਟੈਰੀ ਮਲੈਸਕੀ ਦੀ ਜੇਕਰ ਤੁਸੀਂ ਇੰਟਰਵਿਊ ਦੇਖੋ, ਉਸ ਤੋਂ ਬਾਅਦ ਦੀ ਰਿਪੋਰਟ ਤੋਂ ਬਾਅਦ ਦੀ ਜਿਹੜੀ ਸੁੱਖੀ ਚਾਹਲ ਨਾਲ ਕੀਤੀ ਗਈ ਆ, ਉਹਦੇ 'ਤੇ ਉਹਨਾਂ ਨੇ ਰਿਪੋਰਟ ਤੋਂ ਥੋੜ੍ਹੀਆਂ ਜੋ ਅੱਗੇ ਜਾ ਕੇ ਗੱਲਾਂ ਕੀਤੀਆਂ ਨੇ ਕਿ ਏਅਰ ਇੰਡੀਆ ਬੰਬ ਕਾਂਡ ਦੇ ਵੇਲੇ ਜਿਹੜਾ ਬੈਗ ਆ, ਉਹ ਬੈਗ ਦੇ ਵਿੱਚ ਜਿਹਦੇ 'ਚੋਂ ਬੰਬ ਸੀਗਾ, ਉਹ ਅਨਅਟੈਂਡਡ ਬਿਨਾਂ ਪੈਸੰਜਰ ਤੋਂ ਕਿਵੇਂ ਫਲਾਈਟ ਦੇ ਉੱਤੇ ਲੋਡ ਹੋ ਗਿਆ। ਅੱਛਾ ਗਰੇਵਾਲ ਸਾਹਿਬ, ਆਪਾਂ ਇਹਦੇ ਤੇ ਚਰਚਾ ਜਾਰੀ ਰੱਖਾਂਗੇ, ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਫਿਰ ਆਪਾਂ ਵਾਪਸ ਆਉਣੇ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਅੱਜ ਗੱਲਬਾਤ ਕਰ ਰਹੇ ਆ ਜਿਹੜੀ ਟੈਰੀ ਮਲੈਸਕੀ ਵੱਲੋਂ ਖਾਲਿਸਤਾਨ ਦੇ ਉੱਪਰ ਇੱਕ ਰਿਪੋਰਟ ਛਾਇਆ ਕੀਤੀ ਗਈ ਹੈ, ਖਾਲਿਸਤਾਨ ਪ੍ਰੋਜੈਕਟ ਆਫ ਪਾਕਿਸਤਾਨ। ਅਤੇ ਮੇਰੇ ਨਾਲ ਇਸ ਚਰਚਾ ਵਿੱਚ ਸ਼ਾਮਲ ਨੇ ਕੈਨੇਡੀਅਨ ਪੰਜਾਬੀ ਪੋਸਟ ਦੇ ਕਰਤਾ ਧਰਤਾ ਸੰਪਾਦਕ ਜਗਦੀਸ਼ ਗਰੇਵਾਲ। ਗਰੇਵਾਲ ਸਾਹਿਬ, ਜਿੱਦਾਂ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਜੀ, ਸੋ ਇਸ ਰਿਪੋਰਟ ਬਾਰੇ ਜਦ ਤੁਸੀਂ ਜਿਹੜਾ ਭਾਰਤ ਦਾ ਪੱਖ ਛੋਇਆ, ਅੱਛਾ ਆਪਾਂ ਥੋੜ੍ਹੀ ਜਿਹੀ ਗੱਲ ਕਰੀਏ ਵੀ ਜਿਹੜੀਆਂ ਬਾਹਰਲੀਆਂ ਸਿੱਖ ਸੰਸਥਾਵਾਂ ਨੇ, ਤੁਸੀਂ ਦੱਸਿਆ ਵੀ ਉਹਨਾਂ ਦੇ ਰਿਐਕਸ਼ਨ ਜਿਹੜਾ ਆ ਰਿਹਾ ਵੀ ਉਹ ਵੀ ਇੱਕ ਪਾਸੜਿਆ ਵੀ ਜਿਹੜਾ ਟੈਰੀ ਮਲੈਸਕੀ ਨੇ ਇੱਕ ਤਰਫਾ ਜਿਹੜੀ ਰਿਪੋਰਟ ਲਿਖੀ ਹੈ। ਕੁਛ ਜਿਹੜੀਆਂ ਚੀਜ਼ਾਂ ਜੇ ਆਪਾਂ ਉਹਦੀ ਰਿਪੋਰਟ ਵਿੱਚੋਂ ਦੇਖੀਏ, ਜਿਵੇਂ ਕਿ ਉਹਨੇ ਗੱਲ ਕੀਤੀ ਵੀ ਪੰਜਾਬ ਦੇ ਵਿੱਚ ਉਹਨਾਂ ਹਮਾਇਤ ਨਹੀਂ ਮਿਲ ਰਹੀ ਜਿਹੜੀ ਖਾਲਿਸਤਾਨ ਪੱਖੀ ਮੂਵਮੈਂਟ ਹੈ। ਅਤੇ ਦੂਸਰਾ ਜਿਹੜੀ ਵੱਡੀ ਗੱਲ ਉਹਨੇ ਉਭਾਰੀ ਹੈ ਜਿਹੜਾ ਖਾਲਿਸਤਾਨ ਦਾ ਨਕਸ਼ਾ ਹੈ, ਉਹ ਕਹਿੰਦਾ ਵੀ ਜੇ ਖਾਲਿਸਤਾਨ ਮੰਗਦੇ ਨੇ ਜਿਹੜੇ ਲੋਕ, ਉਹਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ, ਉਹ ਪਾਕਿਸਤਾਨ ਦੇ ਵਿੱਚ ਵੱਡਾ ਹਿੱਸਾ ਸੀ। ਸੋ ਉਹਦੇ ਵਿੱਚ ਪਾਕਿਸਤਾਨ ਦਾ ਕੋਈ ਵੀ ਜਿਹੜਾ ਹਿੱਸਾ ਉਸ ਮੈਪ ਦੇ ਵਿੱਚ ਨਹੀਂ ਦੇਖਣ ਨੂੰ ਮਿਲਦਾ। ਤੁਹਾਨੂੰ ਨਹੀਂ ਲੱਗਦਾ ਵੀ ਕੁਝ ਚੀਜ਼ਾਂ ਜਿਹੜੀਆਂ ਟੈਰੀ ਮਲੈਸਕੀ ਨੇ ਉਭਾਰੀਆਂ ਨੇ ਉਹ ਠੀਕ ਵੀ ਨੇ? ਜੀ, ਇਹ ਜਿਹੜਾ ਖਾਲਿਸਤਾਨ ਦਾ ਮੈਪ ਉਹਨੇ ਆਪਣੀ ਰਿਪੋਰਟ ਦੇ ਵਿੱਚ ਛਾਪਿਆ, ਇਹ ਆਪਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵੱਲੋਂ ਛਾਪਿਆ ਗਿਆ। ਹਾਂਜੀ, ਆਈ ਡੋਂਟ ਥਿੰਕ ਕਿ ਸਿਮਰਨਜੀਤ ਸਿੰਘ ਮਾਨ ਹੋਣੀ ਵੀ ਇਸ ਮੈਪ ਦੀ ਪ੍ਰੋਡ ਤਾਂ ਜਿਹੜੀ ਉਹ ਕਰਦੇ ਹੋਣਗੇ, ਪਰ ਸਾਡੀ ਇੱਥੇ ਸੰਸਥਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ, ਉਹਨਾਂ ਵੱਲੋਂ ਜਿਹੜਾ ਬਣਾਇਆ ਗਿਆ, ਤਿਆਰ ਕੀਤਾ ਇੱਕ ਮੈਪ ਹੈ, ਉਹ ਇਸ ਦੇ ਵਿੱਚ ਛਾਪਿਆ ਗਿਆ, ਜਿਹਦੇ ਵਿੱਚ ਰਾਜਸਥਾਨ ਦਾ ਹਿੱਸਾ ਆ ਗਿਆ, ਹਿਮਾਚਲ ਆ ਗਿਆ, ਦਿੱਲੀ ਆ ਗਿਆ, ਇਹ ਸਾਰਾ ਹਿੱਸਾ ਖਾਲਿਸਤਾਨ ਦੇ ਵਿੱਚ ਲਿਆ ਗਿਆ। ਪਰ ਟੈਰੀ ਮਲੈਸਕੀ ਦਾ ਕਹਿਣਾ ਕਿ 1 ਇੰਚ ਵੀ ਪਾਕਿਸਤਾਨ ਦਾ ਨਹੀਂ ਲਿਆ ਗਿਆ, ਅਤੇ ਨਾ ਹੀ ਕਸ਼ਮੀਰ ਦਾ ਹਿੱਸਾ ਇਸ ਦੇ ਵਿੱਚ ਐਡ ਕੀਤਾ। ਹਾਲਾਂਕਿ ਪੰਜਾਬ ਦਾ ਵੱਡਾ ਹਿੱਸਾ ਪਾਕਿਸਤਾਨ ਦੇ ਵਿੱਚ ਹੈ। ਉਹਦੇ 'ਚ ਹੁਣ ਕਰਤਾਰਪੁਰ ਸਾਹਿਬ ਆ, ਆਪਾਂ ਲਾਂਘਾ ਖੋਲ੍ਹਣ ਦੀ ਗੱਲ ਕਰਦੇ ਹਾਂ ਕਿ ਲਾਂਘਾ ਬਣਾਓ ਉੱਥੇ, ਕਿ ਇਹ ਨਹੀਂ ਘੱਟੋ ਘੱਟ ਵੀ ਕਰਤਾਰਪੁਰ ਸਾਹਿਬ ਨੂੰ ਵੀ ਵਿੱਚ ਲੈ ਲਿਆ ਜਾਵੇ, ਜਾਂ ਲਾਹੌਰ ਜਿਹੜੀ ਕਿਸੇ ਸਮੇਂ ਸਿੱਖਾਂ ਦੀ ਰਾਜਧਾਨੀ ਰਹੀ ਹੈ,
ਔਰ ਸਿੱਖਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਹੈਰੀਟੇਜ ਹੈ ਨਾ ਉਹ ਲਾਹੌਰ ਦੇ ਵਿੱਚ ਆ ਕਿ ਲਾਹੌਰ ਨੂੰ ਕਿਉਂ ਨਹੀਂ ਇਸ ਦੇ ਵਿੱਚ ਐਡ ਕੀਤਾ ਗਿਆ। ਤੇ ਇਸ ਤੋਂ ਇਲਾਵਾ ਜਿਹੜਾ ਕਸ਼ਮੀਰ ਦਾ ਉਹਦਾ ਉਹਨਾਂ ਨੇ ਤਰਕ ਦਿੱਤਾ ਹੈ ਕਿ ਜੇ 1 ਇੰਚ ਵੀ ਜਿਹੜਾ ਉਹਨਾਂ ਨੇ ਇੱਕ ਕੋਟ ਵੀ ਕੀਤਾ ਹੈ ਸਾਬਕਾ ਅੰਬੈਸਡਰ ਨੂੰ ਕਿ ਅਗਰ ਖਾਲਿਸਤਾਨੀ 1 ਇੰਚ ਵੀ ਪਾਕਿਸਤਾਨ ਦਾ ਮੰਗਦੇ ਆ ਤਾਂ ਇਹਨਾਂ ਦੀ ਜਿਹੜੀ ਸਪੋਰਟ ਆ ਉਹ ਪਾਕਿਸਤਾਨ ਵੱਲੋਂ ਖਤਮ ਹੋ ਜਾਏਗੀ। ਇੱਕੋ ਹੀ ਕੋਟੇਸ਼ਨ ਆ ਜਿਹੜੀ ਪਾਕਿਸਤਾਨ ਕੋਈ ਕਿਸੇ ਅਥੈਂਟਿਕ ਬੰਦੇ ਦੀ ਜਿਹੜੀ ਹਵਾਲਾ ਉਸਨੇ ਦਿੱਤਾ ਕਿ ਵੀ ਹਾਂ ਜੇ ਇਹ ਇੱਦਾਂ ਕਰਦੇ ਆ ਤਾਂ ਅਸੀਂ ਸਪੋਰਟ ਆ ਜਿਹੜੀ ਪਾਕਿਸਤਾਨ ਉਹ ਖਤਮ ਕਰ ਦੇਗਾ। ਫਿਰ ਉਹਨੇ ਮੈਪ ਦੇ ਵਿੱਚ ਜਿੱਥੇ ਇਤਰਾਜ਼ ਕੀਤਾ ਕਿ 1 ਇੰਚ ਵੀ ਪਾਕਿਸਤਾਨ ਦਾ ਨਹੀਂ ਲਿਆ ਗਿਆ ਜਿੱਥੋਂ 45% ਪੰਜਾਬ ਉਜੜਿਆ ਸੀਗਾ ਉਦੋਂ। ਬਿਲਕੁਲ ਪਾਕਿਸਤਾਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿੱਖਾਂ ਦੀਆਂ ਜਾਇਦਾਦਾਂ ਸਨ, ਉਹ ਸਾਰੀਆਂ ਛੱਡ ਕੇ ਇੱਧਰ ਆ ਗਏ ਸੀਗੇ। ਸੋ ਦੂਸਰੀ ਗੱਲ ਜਿਹੜੀ ਉਹਨੇ ਵਾਰਿਆ ਇਸ ਰਿਪੋਰਟ ਦੇ ਵਿੱਚ ਆਪਣਾ ਪੁਆਇੰਟ ਕਿ ਕਸ਼ਮੀਰ ਤੱਕ ਜਾ ਕੇ ਇਹ ਖਾਲਿਸਤਾਨ ਦੀ ਹੱਦ ਮੁੱਕ ਜਾਂਦੀ ਹੈ। ਸੋ ਜਿਹੜਾ ਪਾਕਿਸਤਾਨ ਉਹ ਚਾਹੁੰਦਾ ਹੈ ਕਿ ਇੱਕ ਤਾਂ ਕਸ਼ਮੀਰ ਨਾਲੋਂ ਇੰਡੀਆ ਦਾ ਲੈਂਡ ਲਿੰਕ ਟੁੱਟ ਜਾਵੇ ਤੇ ਕਸ਼ਮੀਰ ਵੱਖਰਾ ਹੋ ਜਾਵੇ, ਤੇ ਦੂਸਰਾ ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਇੱਕ ਬਫਰ ਸਟੇਟ ਬਣ ਜਾਵੇ। ਸੋ ਜੇ ਇੰਡੀਆ ਨਾਲ ਲੜਾਈ ਦੀ ਗੱਲ ਆਵੇ ਤਾਂ ਪਹਿਲਾਂ ਉਹਨੂੰ ਖਾਲਿਸਤਾਨੀਆਂ ਨਾਲ ਲੜਨਾ ਪਵੇ, ਬਾਅਦ 'ਚ ਜਾ ਕੇ ਪਾਕਿਸਤਾਨੀਆਂ ਨਾਲ ਲੜਨਾ ਪਵੇ। ਸੋ ਇਹ ਗੱਲਾਂ ਉਹਨੇ ਆਪਣੇ ਮੈਪ 'ਚ ਲਿਖੀਆਂ ਨੇ ਕਿ ਜਿਹੜਾ ਮੈਪ ਆ ਇਹ ਦਰਸਾਉਂਦਾ ਹੈ ਕਿ ਇਸ ਮੈਪ ਨੂੰ ਪਾਕਿਸਤਾਨੀ ਹਮਾਇਤ ਦੇ ਨਾਲ ਤਿਆਰ ਕੀਤਾ ਗਿਆ ਤੇ ਇਹ ਸ਼ੋਅ ਕਰਦਾ ਕਿ ਇਹਦੇ 'ਚ ਕੋਈ ਵੀ ਪਾਕਿਸਤਾਨ ਦਾ ਹਿੱਸਾ ਨਹੀਂ, ਸਿਰਫ ਔਰ ਸਿਰਫ ਦਿੱਲੀ ਤੱਕ ਦਾ ਇੰਡੀਆ ਦਾ ਹਿੱਸਾ ਆ। ਹੁਣ ਜਿਹੜੇ ਆਪਣੀ ਗੱਲ ਕਰਦੇ ਹਾਂ ਸਿੱਖ ਸੰਸਥਾਵਾਂ ਦੀ, ਨਾ ਤਾਂ ਇਹ ਸਿੱਖ ਸੰਸਥਾਵਾਂ ਖੁੱਲ੍ਹ ਕੇ ਕਹਿੰਦੀਆਂ ਨੇ ਕਿ ਜੀ ਇਹ ਸਾਡੇ ਖਾਲਿਸਤਾਨ ਦਾ ਮੈਪ ਆ, ਨਾ ਹੀ ਸਿੱਖ ਸੰਸਥਾਵਾਂ ਖੁੱਲ੍ਹ ਕੇ ਕਹਿੰਦੀਆਂ ਨੇ ਕਿ ਸਾਡੇ ਖਾਲਿਸਤਾਨ ਦਾ ਮੈਪ ਨਹੀਂ ਹੈ, ਨਾ ਹੀ ਜਿਹੜੇ ਸਕਾਲਰਸ ਨੇ ਉਹ ਕਹਿੰਦੇ ਨੇ ਜੀ ਇਹ ਸਾਡੇ ਖਾਲਿਸਤਾਨ ਦਾ ਮੈਪ ਆ, ਨਾ ਹੀ ਸਕਾਲਰਸ ਇਹ ਕਹਿੰਦੇ ਨੇ ਕਿ ਸਾਡੇ ਖਾਲਿਸਤਾਨ ਦਾ ਮੈਪ ਨਹੀਂ ਹੈ। ਬਹੁਤ ਸਾਰੀਆਂ ਇਹ ਗੱਲਾਂ ਤਰਵਿੰਦਰ ਸਿੰਘ ਪਰਮਾਰ ਤੇ ਵੀ ਸਾਰੇ ਸਕਾਲਰਸ ਤੇ ਸਾਰੇ ਸਿੱਖ ਸੰਸਥਾਵਾਂ ਚੁੱਪ ਨੇ, ਮੈਪ ਦੇ ਉੱਤੇ ਵੀ ਚੁੱਪ ਨੇ, ਪੰਜਾਬ ਦੇ ਵਿੱਚ ਖਾਲਿਸਤਾਨ ਦੀ ਕੀ ਸਪੋਰਟ ਇਸ ਸਮੇਂ ਉਸ ਤੋਂ ਵੀ ਚੁੱਪ ਨੇ। ਪਰ ਇਹ ਜਿਵੇਂ ਟੈਰੀ ਮਲੈਸਕੀ ਚੁੱਪ ਹੈ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਕੀ ਹੋਇਆ ਜਾਂ ਉਹ ਜਿਹੜਾ ਸੰਘਰਸ਼ ਜੋ ਸਿੱਖਾਂ ਦੇ ਨਾਲ ਚੱਲਿਆ, ਸਿੱਖਾਂ ਨੇ ਉੱਥੇ ਕਿਵੇਂ ਇਹ ਸਾਰੀ ਮੁਹਿੰਮ ਇੱਥੇ ਤੱਕ ਪਹੁੰਚੀ, ਉਹ ਉਸ ਪਾਸਿਓਂ ਚੁੱਪ ਹੈ। ਇਵੇਂ ਹੀ ਜਿਹੜੇ ਇਹ ਆਪਣੇ ਇੱਥੋਂ ਦੀਆਂ ਸੰਸਥਾਵਾਂ ਨੇ ਉਹ ਟੈਰੀ ਮਲੈਸਕੀ ਦੀਆਂ ਇਹਨਾਂ ਪੱਖਾਂ ਤੋਂ ਚੁੱਪ ਨੇ। ਬਿਲਕੁਲ। ਔਰ ਜਿਹੜੀ ਮੈਂ ਤੇ ਗੰਭੀਰਤਾ ਦੇ ਨਾਲ ਗੱਲ ਕੀਤੀ ਹੈ ਆਪਣੇ ਅਖਬਾਰ ਦੇ ਵਿੱਚ ਕੀਤੀ ਹੈ ਸਿਰਫ ਇੱਕ ਪੱਖ ਨੂੰ ਲੈ ਕੇ ਇਸ ਦੇ ਨੂੰ ਕਿ ਜਿਹਦੀ ਕੋਈ ਹੋਰ ਗੱਲ ਨਹੀਂ ਕਰਦਾ। ਮੈਂ ਇਸ ਚੀਜ਼ ਨੂੰ ਮੈਂ ਥੋੜ੍ਹਾ ਸਿਆਸਤ ਦੇ ਨਾਲ ਵੀ ਸੰਬੰਧਿਤ ਰਿਹਾ ਵਾਂ। ਮੈਂ ਇਸ ਚੀਜ਼ ਨੂੰ ਇਸ 'ਚੋਂ ਮਹਿਸੂਸ ਕੀਤਾ ਕਿ ਟੈਰੀ ਮਲੈਸਕੀ ਦੀ ਜਿਹੜੀ ਇਹ ਰਿਪੋਰਟ ਆ ਕੈਨੇਡੀਅਨ ਸਿੱਖ ਸਿਆਸਤ ਦੇ ਉੱਤੇ ਬਹੁਤ ਵੱਡੀ ਸੱਟ ਆ। ਬਿਲਕੁਲ ਠੀਕ ਹੈ। ਔਰ ਇਹਦੇ ਤੇ ਤੁਸੀਂ ਖੁਦ ਟੈਰੀ ਮਲੈਸਕੀ ਦੀ ਜੋ ਜਗਮੀਤ ਸਿੰਘ ਨਾਲ ਰਿਪੋਰਟ ਹੋਈ ਸੀਗੀ, ਇੰਟਰਵਿਊ ਹੋਈ ਸੀਗੀ, ਕਿੰਨਾ ਨੁਕਸਾਨ ਕੀਤਾ ਟੈਰੀ ਮਲੈਸਕੀ ਨੇ ਜਗਮੀਤ ਸਿੰਘ ਦਾ ਉਸ ਤੇ ਤਲਵਿੰਦਰ ਸਿੰਘ ਪਰਮਾਰ ਦੇ ਮੁੱਦੇ ਤੇ। ਜੇ ਅਸੀਂ ਉਸ ਦੇ ਉੱਤੇ ਪਹਿਲਾਂ ਹੀ ਕਲੈਰਿਟੀ ਕੀਤੀ ਹੁੰਦੀ ਤਲਵਿੰਦਰ ਸਿੰਘ ਪਰਮਾਰ ਦੇ ਮੁੱਦੇ ਦੇ ਉੱਤੇ, ਜਗਮੀਤ ਸਿੰਘ ਕੋਲੇ ਵੀ ਉਹੀ ਸਵਾਲ ਹੁੰਦਾ, ਜਵਾਬ ਹੁੰਦਾ ਕਿ ਤਲਵਿੰਦਰ ਸਿੰਘ ਪਰਮਾਰ ਜਾਂ ਅਸੀਂ ਉਹਨੂੰ ਗਲੋਰੀਫਾਈ ਕਰਨਾ ਚਾਹੀਦਾ ਜਾਂ ਫਿਰ ਨਹੀਂ ਕਰਨਾ ਚਾਹੀਦਾ। ਸੋ ਇਸ ਪੂਰੀ ਰਿਪੋਰਟ ਦੇ ਵਿੱਚ ਜੋ ਉਹਨਾਂ ਨੇ ਇੱਕ ਇਹ ਵੀ ਜ਼ਿਕਰ ਕੀਤਾ ਕਿ ਜਿਹੜੀਆਂ ਇੱਥੋਂ ਦੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਜਦੋਂ ਜਾ ਕੇ ਸਿੱਖ ਮਿਲਦੇ ਨੇ ਕਹਿੰਦੇ ਨੇ ਕਿ ਅਸੀਂ ਆਪਣੇ ਡੈਲੀਗੇਸ਼ਨ ਦੇ ਬੱਸ ਲੋਡਸ ਲੈ ਕੇ ਆਵਾਂਗੇ ਅਤੇ ਅਸੀਂ ਤੁਹਾਨੂੰ ਜਿਹੜੀ ਲੀਡਰਸ਼ਿਪ ਜਿਤਾਵਾਂਗੇ। ਔਰ ਕੀਤਾ ਵੀ ਹੈ ਤੁਹਾਡੇ ਸਾਹਮਣੇ ਜਸਟਿਨ ਟਰੂਡੋ ਦੀ ਅਤੇ ਇਸ ਤੋਂ ਪਹਿਲੀ ਬੌਬ ਰੇ ਦੀ ਅਤੇ ਹੋਰ ਸਾਰੀ ਜਿਹੜੀ ਵੀ ਸਪੋਰਟ ਹੋਈ ਹੈ ਉਹ ਸਾਰੀਆਂ ਹੀ ਜਿੰਨੀਆਂ ਲੀਡਰਸ਼ਿਪ ਰੇਸਾਂ ਹੋਈਆਂ ਨੇ ਉਹਦੇ ਵਿੱਚ ਸਿੱਖ ਕਮਿਊਨਿਟੀ ਦਾ ਵੱਡਾ ਹੱਥ ਰਿਹਾ ਔਰ ਖ਼ਾਸ ਤੌਰ ਦੇ ਉੱਤੇ WSO ਦਾ ਉਸ ਦੇ ਵਿੱਚ ਵੱਡਾ ਹੱਥ ਰਿਹਾ ਵਾ। ਹੁਣ ਜਿਹੜੇ ਆਪਾਂ ਨਿਗਾਹ ਵੀ ਮਾਰੀਏ ਜਿੰਨੇ ਵੀ ਆਪਣੇ ਆਲੇ ਦੁਆਲੇ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ 'ਚੋਂ ਇੱਕ ਵੱਡਾ ਹਿੱਸਾ ਜਿਹੜਾ ਉਹ ਇਹ ਸੰਸਥਾ ਦੇ ਨਾਲ ਕਿਸੇ ਦੇ ਧੀ ਭੈਣ ਆ, ਕਿਸੇ ਦਾ ਭੈਣ ਭਰਾ ਆ, ਭਾਈ ਭਤੀਜਾ, ਉਹ ਇੱਕ ਦੂਜੇ ਦੇ ਨਾਲ ਜੁੜੇ ਹੋਏ ਲਿੰਕ ਦਿਸਦਾ ਉਹ। ਬਿਲਕੁਲ। WSO ਨੇ ਜਿਸ ਨੇ ਇੱਕ ਵਾਰ ਆਪਣੇ ਮਿਸ਼ਨ ਸਟੇਟਮੈਂਟ ਦੇ ਵਿੱਚ ਇਹ ਸ਼ਬਦ ਪਾਇਆ ਹੋਇਆ ਸੀਗਾ ਕਿ ਖਾਲਿਸਤਾਨ ਸਾਡਾ ਨਿਸ਼ਾਨਾ ਹੈ। ਬਿਲਕੁਲ। ਅੱਗੇ ਚੱਲ ਕੇ ਜਦੋਂ ਸਿਆਸਤ ਦੇ ਵਿੱਚ ਆਉਣ ਲੱਗੇ ਉਹਨਾਂ ਨੇ ਉਹ ਆਪਣਾ ਮਿਸ਼ਨ ਸਟੇਟਮੈਂਟ ਚੇਂਜ ਕਰਤੀ ਸੀਗੀ ਅਤੇ ਉਸ ਤੋਂ ਬਾਅਦ ਫਿਰ ਆਪਣੇ ਧੀਆਂ ਪੁੱਤ ਭਤੀਜੇ ਭਾਣਜੇ ਉਹਨਾਂ ਨੂੰ ਇਹ ਸਿਆਸਤ ਦੇ ਵਿੱਚ ਲੈ ਕੇ ਆਉਣ ਲੱਗ ਗਏ। ਅੱਛਾ ਗਰੇਵਾਲ ਸਾਹਿਬ, ਇੱਕ ਚੀਜ਼ ਹੁਣ ਇਹ ਗੱਲ ਚੱਲ ਰਹੀ ਆਪਣੀ ਕੈਨੇਡੀਅਨ ਸਿਆਸਤ ਦੀ ਵੀ ਤੁਸੀਂ ਆਪਣੀ ਜਿਹੜੀ ਸੰਪਾਦਕੀ ਦੇ ਵਿੱਚ ਵੀ ਇਹ ਲਿਖਿਆ ਵੀ ਜਿਹੜੀ ਕੈਨੇਡੀਅਨ ਸਿਆਸਤ ਅਤੇ ਖਾਸ ਕਰ ਸਿੱਖ ਸਿਆਸਤ 'ਤੇ ਵੱਡਾ ਇਹ ਸੱਟ ਹੈ। ਜੇ ਹੁਣ ਆਪਾਂ ਦੇਖੀਏ ਰਿਪੋਰਟ ਤੋਂ ਬਾਅਦ ਭਾਵੇਂ ਹੋਰ ਕਈ ਸੰਸਥਾਵਾਂ ਨੇ ਇਹਦੇ 'ਤੇ ਗੱਲ ਕੀਤੀ ਹੈ ਅਤੇ ਨਾ ਹੀ ਕੋਈ ਆਪਣਾ ਸਿੱਖ ਸਿਆਸੀ ਲੀਡਰ ਬੋਲਿਆ ਅਤੇ ਨਾ ਹੀ ਕੋਈ ਚੁਣਿਆ ਹੋਇਆ ਨੁਮਾਇੰਦਾ ਇਹਦੇ 'ਤੇ ਬੋਲਿਆ, ਤੁਸੀਂ ਕੀ ਸਮਝਦੇ ਉਹ ਕਿਉਂ ਚੁੱਪ ਨੇ ਇਸ ਚੀਜ਼ ਤੋਂ? ਬਿਲਕੁਲ, ਉਹ ਇਹੀ ਖੜਕਦੀ ਹੈ ਚੀਜ਼। ਇਹੀ ਸਵਾਲ ਮੈਂ ਰੇਜ਼ ਕੀਤਾ ਕਿ ਨਵਦੀਪ ਸਿੰਘ ਬੈਂਸ ਜਿਸ ਦੇ ਦੋਵੇਂ ਪਰਿਵਾਰ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਸੀਗੇ, ਜਗਮੀਤ ਸਿੰਘ ਜਿਸ ਨੇ ਇਸ ਸਾਰੀ ਮੁਹਿੰਮ ਨੂੰ ਪੌੜੀਆਂ ਬਣਾ ਕੇ ਇੱਥੇ ਤੱਕ ਪਹੁੰਚਿਆ, ਰੂਬੀ ਸਹੋਤਾ
ਜਿਨ੍ਹਾਂ ਦਾ ਪਰਿਵਾਰ ਇਸ ਸੰਸਥਾ ਦੇ ਨਾਲ ਜੁੜਿਆ ਸੀ, ਗਗਨ ਸਿਕੰਦ ਜਿਹੜੇ ਕਿ ਇਸ ਲਹਿਰ ਦੇ ਮੋਢੀਆਂ ਦੇ ਘਰ ਰਹਿ ਕੇ ਪਲੇ ਹੋਏ ਨੇ, ਤੇ ਇਸ ਤੋਂ ਇਲਾਵਾ ਹਰਜੀਤ ਸਿੰਘ ਸੱਜਣ, ਤੇ ਇਹ ਤੋਂ ਇਲਾਵਾ ਸਰਾਏ ਜਾਂ ਫਿਰ ਹੋਰ ਕਿੰਨੇ ਵੀ ਨੇ ਜਿਹੜੀਆਂ ਕਿਤੇ ਨਾ ਕਿਤੇ ਜਾ ਕੇ ਇਸ ਸੰਸਥਾਵਾਂ ਦੇ ਨਾਲ ਜੁੜੇ ਰਹੇ, ਤੇ ਇਹਨਾਂ ਚੀਜ਼ਾਂ ਨੂੰ ਉਭਾਰ ਕੇ ਕਿ ਅਸੀਂ ਤੁਹਾਡੀ ਆਵਾਜ਼ ਬੁਲੰਦ ਕਰਾਂਗੇ, ਅਸੀਂ ਜੋ ਸਾਡਾ ਸਿੱਖਾਂ ਦਾ ਕੰਸਰਨ ਆ ਉਸ ਨੂੰ ਪਾਰਲੀਮੈਂਟ ਤੱਕ ਲੈ ਕੇ ਜਾਵਾਂਗੇ, ਤੇ ਉਹ ਚੁੱਪ ਨੇ। ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਕਿ ਇਕਰਾ ਖਾਲਦ ਜਿਹੜੀ ਪਾਕਿਸਤਾਨੀ ਮੂਲ ਦੀ ਮਿਸਿਸਾਗਾ ਤੋਂ MP ਹੈ, ਉਹ ਅਕਸਰ ਮੁਸਲਿਮ ਭਾਈਚਾਰੇ ਦੇ ਹੱਕਾਂ ਦੀ ਗੱਲ ਕਰਦੀ ਰਹਿੰਦੀ ਹੈ, ਤੇ ਨਾਲ ਦੀ ਨਾਲ ਉਹ ਅਕਸਰ ਪਾਕਿਸਤਾਨ ਦੀ ਵੀ ਗੱਲ ਕਰਦੀ ਹੈ। ਪਰ ਉਹ ਵੀ ਕਿਉਂ ਚੁੱਪ ਹੈ? ਪਾਕਿਸਤਾਨੀ ਜਿਹੜੇ ਪੋਲੀਟੀਸ਼ੀਅਨ ਸਾਡੇ ਇੱਥੇ ਬੈਠੇ ਨੇ ਉਹ ਵੀ ਕਿਉਂ ਚੁੱਪ ਨੇ? ਉਹਨਾਂ ਦੇ ਮੁਲਕ ਦੇ ਉੱਤੇ ਵੀ ਐਡੀ ਵੱਡੀ ਗੱਲ ਕੀਤੀ ਗਈ ਹੈ ਕਿ ਪਾਕਿਸਤਾਨ ਕੈਨੇਡੀਅਨ ਸਿੱਖਾਂ ਨੂੰ ਸਪੋਰਟ ਕਰ ਰਿਹਾ ਇੰਡੀਆ ਦੇ ਟੋਟੇ ਕਰਨ ਦੇ ਲਈ, ਕਿ ਉਹ ਵੀ ਕੀ ਜੇ ਉਹ ਪਾਕਿਸਤਾਨ ਦੇ 14 ਅਗਸਤ ਨੂੰ ਝੰਡੇ ਨੂੰ ਸਲਾਮੀ ਦੇਣ ਪਹੁੰਚ ਰਿਹਾ ਤੇ ਹੁਣ ਕਿਉਂ ਚੁੱਪ ਹੈ? ਜਾਂ ਕਹਿਣ ਵੀ ਪਾਕਿਸਤਾਨ ਬਿਲਕੁਲ ਸਪੋਰਟ ਨਹੀਂ ਕਰਦਾਗਾ, ਜਾਂ ਕਹਿਣ ਕਿ ਪਾਕਿਸਤਾਨ ਸਪੋਰਟ ਕਰਦਾ। ਹਾਂ, ਟੈਰੀ ਮਲੈਸਕੀ ਨੇ ਆਪਣੀ ਇੰਡੀ ਵੱਡੀ ਰਿਪੋਰਟ ਲਿਖਣ ਦੇ ਵਿੱਚ ਇਹ ਜ਼ਰੂਰ ਉਹਨੂੰ ਕੁਛ ਨਾ ਕੁਛ ਤੱਥ ਲੱਭ ਲੈਣੇ ਚਾਹੀਦੇ ਸੀਗੇ ਜਿੱਥੇ ਉਹ ਸਾਬਤ ਕਰ ਸਕਦਾ ਕਿ ਆਹ ਥਾਂ ਦੇ ਉੱਤੇ ਇੰਨੇ ਪੈਸੇ ਪਾਕਿਸਤਾਨ ਨੇ ਐਸ ਫਲਾਣੇ ਸਿੱਖ ਨੂੰ ਦਿੱਤੇ ਨੇ ਜਾਂ ਕਿਸੇ ਸੰਸਥਾ ਨੂੰ ਦਿੱਤੇ ਨੇ ਜੀ। ਸੋ ਇਹ ਕੁਝ ਇੱਕ ਰਿਪੋਰਟ ਦੀਆਂ ਘਾਟਾਂ ਮੈਂ ਜ਼ਰੂਰ ਕਹਾਂਗਾ। ਹੁਣ ਤੁਸੀਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਆਪਣੇ ਸਿੱਖ ਸਿਆਸੀ ਇੱਥੇ ਦੇ ਸਿਆਸਤਦਾਨ ਨੇ ਉਹ ਚੁੱਪ ਨੇ, ਤੇ ਪਾਕਿਸਤਾਨ ਜਾਂ ਪਾਕਿਸਤਾਨ ਦੇ ਕਿਸੇ ਨੁਮਾਇੰਦੇ ਵੱਲੋਂ ਵੀ ਇਹਦੇ 'ਤੇ ਕੋਈ ਪ੍ਰਤੀਕਰਮ ਨਹੀਂ ਆਇਆ ਵੀ ਜੋ ਟੈਰੀ ਨੇ ਕਿਹਾ ਉਹ ਗਲਤ ਹੈ। ਸੋ ਕਿਤੇ ਨਾ ਉਹਨਾਂ ਦੀ ਚੁੱਪੀ ਕਿਤੇ ਨਾ ਕਿਤੇ ਇਹ ਨਹੀਂ ਮੋਹਰ ਲਾਉਂਦੀ ਵੀ ਜੋ ਟੈਰੀ ਨੇ ਲਿਖਿਆ ਉਹ ਬਹੁਤੀਆਂ ਚੀਜ਼ਾਂ ਉਹ ਸੱਚ ਨੇ। ਪੋਸੀਬਿਲਿਟੀ ਹੋ ਸਕਦੀ ਹੈ। ਮੈਂ ਮੀਡੀਆ ਜਿਹੜਾ ਇੰਟਰਨੈਟ ਦੇ ਉੱਤੇ ਘੋਖ ਰਿਹਾ ਸੀਗਾ ਕਿ ਕਿੱਥੇ ਕਿਹਨੇ ਇਸ ਦੇ ਉੱਤੇ ਕੀ ਲਿਖਿਆ ਆ। ਪਾਕਿਸਤਾਨ ਦੇ ਮੀਡੀਆ 'ਚ ਇਸ ਦਾ ਕੋਈ ਸ਼ੋਰ ਸ਼ਰਾਬਾ ਨਹੀਂ ਹੋਇਆਗਾ। ਇੰਡੀਆ ਦੇ ਮੀਡੀਆ 'ਚ ਬਹੁਤ ਥੋੜ੍ਹੀ ਖਬਰ ਲੱਗੀ ਹੈ। ਇੰਡੀਆ ਦੇ ਪੰਜਾਬ ਦੇ ਮੀਡੀਆ ਦੇ ਵਿੱਚ ਬਹੁਤ ਥੋੜ੍ਹੀ ਇਸ ਦੀ ਕਵਰੇਜ ਨਾਮ ਮਾਤਰ ਹੀ ਹੋਈ ਹੈ। ਸੋ ਇਹ ਜਿਹੜੀ ਇੱਥੇ ਜ਼ਿਆਦਾ ਚੱਲੀ ਹੈ ਇਸ ਦੀ ਗੱਲ, ਔਰ ਇੱਥੇ ਦੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੇ ਜ਼ਿਆਦਾ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਇਸ ਦੇ ਉੱਤੇ। ਤੇ ਇਹਦੇ 'ਚ ਟੈਰੀ ਮਲੈਸਕੀ ਦਾ ਹੁਣ ਲਗਾਤਾਰ ਉਸ ਦੇ ਨਾਂ ਦੇ ਉੱਤੇ ਟਵੀਟ ਵੀ ਹੋ ਰਿਹਾ। ਇਸ ਸਮੇਂ ਉਹ ਕਿਸੇ ਜੇ CBC ਦੇ ਪੱਤਰਕਾਰ ਹੁੰਦੇ ਸ਼ਾਇਦ ਉਹ ਬਿਗ ਟਰਬਲ ਦੇ ਵਿੱਚ ਹੁੰਦੇ ਅੱਜ। ਹੁਣ ਉਹ ਰਿਟਾਇਰ ਹੋ ਚੁੱਕੇ ਨੇ। ਜਿਸ ਤਰ੍ਹਾਂ ਉਹਨਾਂ ਨੇ ਦਸਤਾਰ ਨੂੰ ਬੀਹਾਈਵ ਦੱਸਿਆ ਇੱਕ ਇੰਟਰਵਿਊ ਦੇ ਵਿੱਚ ਕਿ ਇਹ ਸ਼ਹਿਦ ਦਾ ਛੱਤਾ, ਸੋ ਉਹ ਵੀ ਗਲਤ ਉਹਨਾਂ ਨੇ ਕੀਤਾ ਹੈ। ਸੋ ਉਹ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੇ ਅੰਦਰ ਜੋ ਇਸ ਸਾਰੇ ਇੱਕ ਇਮੇਜ ਪ੍ਰਤੀ ਕਿਤੇ ਨਫ਼ਰਤ ਝਲਕਦੀ ਹੈ। ਦੇਖੋ ਗਰੇਵਾਲ ਸਾਹਿਬ, ਇੱਕ ਚੀਜ਼ ਮੇਰਾ ਖਿਆਲ ਇਹ ਹਮੇਸ਼ਾ ਹੀ ਉੱਭਰ ਕੇ ਸਾਹਮਣੇ ਆਉਂਦੀ ਹੈ ਵੀ ਜਦੋਂ ਆਪਾਂ, ਕਿਉਂਕਿ ਆਪਾਂ ਇਸ ਦੇਸ਼ 'ਚ ਪ੍ਰਵਾਸੀ ਹਾਂ, ਤੇ ਜਦੋਂ ਆਪਾਂ ਕਿਸੇ ਵੀ ਇਸ ਤਰ੍ਹਾਂ ਦੇ ਦੇਸ਼ ਦੇ ਵਿੱਚ ਆ ਕੇ ਜਦ ਵਿਜ਼ੀਬਲ ਮਾਈਨੋਰਟੀ ਤੋਂ ਆਪਾਂ ਇੱਕ ਮੁੱਖ ਧਾਰਾ ਦੇ ਵਿੱਚ ਦਿਸਣੇ ਸ਼ੁਰੂ ਹੋ ਜਾਂਦੇ ਆ, ਜਿਹੜੀ ਮੇਨ ਸਟ੍ਰੀਮ ਹੈ ਉਹਨੂੰ ਕਿਤੇ ਨਾ ਕਿਤੇ ਸੱਟ ਜ਼ਰੂਰ ਲੱਗਦੀ ਹੈ ਵੀ ਬਾਹਰੋਂ ਆ ਕੇ ਇਹ ਸਾਡੇ ਤੇ ਹਾਵੀ ਹੋ ਰਹੇ ਨੇ। ਸੋ ਜਦੋਂ ਇਸ ਤਰ੍ਹਾਂ ਦੀ ਰਿਪੋਰਟ ਆਉਂਦੀ ਉਹਦੇ ਵਿੱਚ ਉਹ ਚੀਜ਼ ਝਲਕਦੀ ਹੈ, ਉਹਨਾਂ ਦਾ ਦੁੱਖ ਝਲਕਦਾ। ਮੇਰੇ ਖਿਆਲ ਟੈਰੀ ਮਲੈਸਕੀ ਉਹਨਾਂ ਨੇ ਵੀ ਆਪਣਾ ਉਹ ਦੁੱਖ ਦੇ ਵਿੱਚ ਝਲਕਾਇਆ ਵੀ ਸਿੱਖ ਇੰਨੇ ਪਾਵਰਫੁਲ ਹੋ ਗਏ ਨੇ ਇੱਥੇ ਕੈਨੇਡਾ ਦੇ ਵਿੱਚ ਆ ਕੇ। ਸਿੱਖ ਇੱਥੇ ਪਾਵਰਫੁਲ ਹੋ ਗਏ ਨੇ, ਇਸ ਚੀਜ਼ ਦਾ ਵੀ ਉਹਨਾਂ ਨੂੰ ਦੁੱਖ ਝਲਕਦਾ। ਇਸ ਚੀਜ਼ ਦਾ ਵੀ ਉਹਨਾਂ ਨੂੰ ਦੁੱਖ ਝਲਕਦਾ ਕਿ ਜੋ ਏਅਰ ਇੰਡੀਆ ਕਾਂਡ ਹੋਇਆ ਉਸ ਦੇ ਵਿੱਚ ਕੋਈ ਸਿੱਖ ਸਿੱਧੇ ਤੌਰ 'ਤੇ ਚਾਰਜ ਕਿਉਂ ਨਹੀਂ ਹੋਇਆਗਾ। ਇਸ ਚੀਜ਼ ਦਾ ਵੀ ਦੁੱਖ ਉਹਨਾਂ ਦੀ ਸਾਰੀ ਪਿਛਲੀ ਹੁਣ ਤੱਕ ਦੀ ਗੱਲਬਾਤ ਤੋਂ ਝਲਕਦਾ ਆ। ਸੋ ਟੈਰੀ ਮਲੈਸਕੀ ਉਹਨਾਂ ਦੀ ਇਹ ਰਿਪੋਰਟ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਰਿਪੋਰਟ ਦੇ ਉੱਤੇ ਵੀ ਸਵਾਲ ਲੱਗਦੇ ਨੇ। ਬੜੇ ਕੇਅਰਫੁਲੀ ਸਾਰਾ ਕੁਝ ਲਿਖਿਆ, ਬੜਾ ਕੇਅਰਫੁਲੀ ਕਰਾਫਟ ਕੀਤਾ ਗਿਆ ਸਾਰਾ ਉਹਨਾਂ ਵੱਲੋਂ, ਅਤੇ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਉਹ ਵੀ ਉਹਨਾਂ ਵੱਲੋਂ ਉਠਾਏ ਹੋਏ ਸਵਾਲਾਂ ਨੂੰ ਅੱਖੋਂ ਪਰੋਖੇ ਕਰਕੇ ਜਿਹੜੀਆਂ ਗੱਲਾਂ ਉਹਨੇ ਨਹੀਂ ਕੀਤੀਆਂ ਉਹਨਾਂ ਵੱਲ ਲੈ ਕੇ ਜਾਣਾ ਚਾਹੁੰਦੇ ਨੇ। ਅੱਛਾ ਗਰੇਵਾਲ ਸਾਹਿਬ, ਤੁਸੀਂ ਕਾਫੀ ਲੰਮਾ ਸਮਾਂ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਹੋਏ ਹੋ, ਤੇ ਕਿਉਂਕਿ ਅੱਗੇ ਹੁਣ ਇਲੈਕਸ਼ਨ ਵੀ ਆਉਣੀ ਹੈ, ਜੇ ਦੇਖਿਆ ਜਾਵੇ ਕਿਉਂਕਿ ਘੱਟ ਗਿਣਤੀ ਸਰਕਾਰ ਹੈ, ਜਾਂ ਹੋਰ ਕਿਤੇ ਵੀ ਜਿਹੜੀਆਂ ਇਲੈਕਸ਼ਨਸ ਆਉਣੀਆਂ ਨੇ, ਹੁਣ BC ਦੇ ਵਿੱਚ ਇਲੈਕਸ਼ਨ ਆ ਰਹੀ ਹੈ, ਤੁਹਾਨੂੰ ਲੱਗਦਾ ਵੀ ਇਹਦਾ ਜੇ ਇਸ ਰਿਪੋਰਟ ਦਾ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ 'ਤੇ ਕੋਈ ਡੂੰਘਾ ਅਸਰ ਪਵੇਗਾ? ਇਸ ਤਰ੍ਹਾਂ ਦਾ ਅਸਰ ਨਹੀਂ ਪੈਣਾ ਕਿ ਆਪਣੀ ਕਮਿਊਨਿਟੀ ਕੁਐਸਚਨ ਕਰੇ ਇਹਨਾਂ ਆਗੂਆਂ ਨੂੰ। ਅੱਛਾ ਜੀ। ਕਮਿਊਨਿਟੀ ਓਵਰਆਲ ਇਸ ਮੁੱਦੇ 'ਤੇ ਕੋਈ ਬਹੁਤੀ ਅਵੇਅਰ ਨਹੀਂ ਹੈ। ਬਾਹਲੇ ਮੁੱਦਿਆਂ 'ਤੇ ਆਪਣੀ ਕਮਿਊਨਿਟੀ ਮੈਂ ਦੇਖਿਆ ਅਵੇਅਰ ਹੁੰਦੀ ਨਹੀਂ, ਇਸ ਵਾਲਾ ਬਹੁਤ ਦੁਖੀ ਦੇਖਣ ਨੂੰ ਮਿਲਦਾ। ਸੋ ਇਸ ਮੁੱਦੇ ਬਾਰੇ ਜੇ ਕੋਈ ਕਹੇ ਵੀ ਕੁਐਸਚਨ ਕਰੇ ਜਾਂ ਇੱਕ ਇਹ ਲੋਕ ਲਹਿਰ ਬਣ ਜਾਵੇ ਟੈਰੀ ਮਲੈਸਕੀ ਵੱਲੋਂ ਲਿਖੀ ਰਿਪੋਰਟ ਦੇ ਬਾਰੇ 'ਚ ਪ੍ਰਤੀਕਰਮ ਲੈਣਾ ਆਪਣੇ ਸਿਆਸੀ ਆਗੂਆਂ ਤੋਂ, ਇਹ ਨਹੀਂ ਹੋਣਾਗਾ। ਇਹਦੇ 'ਚ ਜਿਹੜੀ ਸੱਟ ਹੈ ਕੈਨੇਡੀਅਨ ਸਿੱਖ ਸਿਆਸਤ ਦੇ ਉੱਤੇ ਇਹ ਹੈ ਕਿ ਜਿਹੜੀ ਪਾਰਟੀ ਗਾਂ ਤੋਂ ਕਿਸੇ ਵੀ ਕੈਂਡੀਡੇਟ ਨੂੰ ਚੁਣੂਗੀ, ਸਪੈਸ਼ਲੀ ਜਿਸ ਤਰ੍ਹਾਂ ਦੀ ਮੇਰੀ ਲੁੱਕ ਹੈ, ਇੱਦਾਂ ਦੀ ਲੁੱਕ ਵਾਲੇ ਨੂੰ
ਜੇ ਕੋਈ ਵੀ ਆਪਣੇ ਕੈਂਡੀਡੇਟ ਵੱਲੋਂ ਲੈ ਕੇ ਆਉਣਗੇ ਉਹਦੀ ਬੈਕਗਰਾਉਂਡ ਬੜੀ ਚੈੱਕ ਹੋਊਗੀ ਕਿ ਕੀ ਕਿਤੇ ਇਹ ਕਿਸੇ ਖਾਲਿਸਤਾਨੀ ਜਾਂ ਫਿਰ ਸਿੱਖ ਸੰਘਰਸ਼ ਨਾਲ ਜੁੜੇ ਜਾਂ ਫਿਰ ਕਿਸੇ ਕਿਸੇ ਸਿੱਖ ਸੰਸਥਾ ਨਾਲ ਜੁੜਿਆ ਤਾਂ ਕਿਹਦੇ ਨਾਲ ਜੁੜੇ ਹੋਏ ਨੇ। ਸੋ ਉਹਦੀ ਬੜੀ ਡੂੰਘੀ ਜਾਂਚ ਪੜਤਾਲ ਤੋਂ ਬਾਅਦ ਉਹ ਉਹਨੂੰ ਆਪਣਾ ਕੈਂਡੀਡੇਟ ਬਣਾਉਣਗੇ ਜਾਂ ਉਸ ਨੂੰ ਅੱਗੇ ਲੈ ਕੇ ਆਉਣਗੇ। ਸੋ ਜਿੰਨੇ ਵੀ ਸਾਡੇ ਇਹ ਇਲੈਕਟਿਡ ਰਿਪਰੈਜ਼ੈਂਟੇਟਿਵ ਨੇ, ਭਾਵੇਂ ਇੱਥੇ ਜਦੋਂ ਉਹਨਾਂ ਨੇ ਨੋਮੀਨੇਸ਼ਨ ਲੜਨੀ ਹੁੰਦੀ ਹੈ ਤਾਂ ਉਹਨਾਂ ਦੀਆਂ ਗੱਲਾਂ ਹੋਰ ਹੁੰਦੀਆਂ ਨੇ, ਜਦੋਂ ਉਹ ਇਲੈਕਟਿਡ ਹੋ ਜਾਂਦੇ ਨੇ ਫਿਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਟੋਟਲੀ ਚੇਂਜ ਹੋ ਜਾਂਦੀਆਂ, ਚੁੱਪ ਹੋ ਜਾਂਦੇ ਨੇ ਉਹ। ਫਿਰ ਜੋ ਪਾਰਟੀ ਵਿਪ ਜੋ ਉਹਨਾਂ ਨੂੰ ਆਰਡਰ ਜਾਰੀ ਹੁੰਦਾ ਉਹਨੂੰ ਹੀ ਫਾਲੋ ਕਰਦੇ ਨੇ। ਪਰ ਮੈਂ ਇੱਥੇ ਨਹੀਂ ਕਹਿੰਦਾ ਕਿ ਇਹ ਸਦਾ ਹੀ ਹੁੰਦਾ ਇੱਦਾਂ। ਜੇ ਕਿਸੇ ਵੀ ਸਾਡੇ ਇਲੈਕਟਿਡ ਰਿਪਰੈਜ਼ੈਂਟੇਟਿਵ ਦੀ ਵਿਲ ਪਾਵਰ ਹੈਗੀ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ ਕਰਨ ਦੇ ਲਈ, ਵਿਦਨ ਪਾਰਟੀ ਲਾਈਨ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਕਰ ਸਕਦਾ ਹੈ। ਪਰ ਗੱਲ ਇਹ ਹੈ ਕਿ ਇਹਨਾਂ ਦੀ ਵਿਲ ਪਾਵਰ ਹੀ ਖਤਮ ਹੋ ਚੁੱਕੀ ਹੈ ਕਿ ਇਹ ਇੱਛਾ ਹੀ ਨਹੀਂ ਗਈ ਕਿ ਅਸੀਂ ਇਹ ਕੰਮ ਦੇ ਉੱਤੇ, ਅਸੀਂ ਇਸ ਮੁੱਦੇ ਦੇ ਉੱਤੇ ਕੁਛ ਬੋਲਣਾ ਹੈ। ਇਸ ਮੁੱਦੇ 'ਤੇ ਕਿਉਂ ਨਹੀਂ ਇੱਕ ਟਵੀਟ ਕੀਤਾ ਜਾ ਸਕਦਾ? ਕਿਸੇ ਨੇ ਵੀ ਨਹੀਂ ਕੀਤਾ ਜੀ, ਰਾਈਟ? ਕਿਉਂ ਨਹੀਂ? ਜੇ ਇੱਛਾ ਹੋਵੇ ਕੋਈ ਨਾ ਕੋਈ ਟਵੀਟ ਇਸ 'ਤੇ ਕੀਤਾ ਜਾ ਸਕਦਾ, ਚੰਗਾ ਕੀਤਾ ਜਾ ਸਕਦਾ, ਮਾੜਾ ਕੀਤਾ ਜਾ ਸਕਦਾ। ਸੋ ਇਹਨਾਂ ਨੇ ਜਿਹੜਾ ਇਹ ਸਾਡੇ ਇੱਥੇ ਸਿਆਸੀ ਆਗੂਆਂ ਨੇ ਜਿਹੜੇ ਇਹ ਸਾਰੇ ਕਾਸੇ ਨੂੰ ਪੌੜੀਆਂ ਬਣਾ ਕੇ, ਇਹ ਸਾਰੀ ਮੁਹਿੰਮ ਨੂੰ ਪੌੜੀਆਂ ਬਣਾ ਕੇ, ਇਹ ਸਾਰੇ ਕਾਸੇ ਨੂੰ ਵਰਤ ਕੇ ਇੱਥੇ ਤੱਕ ਪਹੁੰਚੇ ਨੇ। ਉਹਨਾਂ ਆਈ ਥਿੰਕ ਇੱਕੋ ਹੀ ਇਸ ਸਮੇਂ ਉਹਨਾਂ ਨੇ ਅਸੂਲ ਬਣਾ ਲਿਆ, ਇੱਕ ਚੁੱਪ 100 ਸੁੱਖ। ਬਿਲਕੁਲ, ਉਹ ਆਪਣੀ ਤਨਖਾਹ ਦੇ ਨਾਲ ਜੁੜੇ ਹੋਏ ਨੇ ਜੀ, ਲੋਕਾਂ ਦੇ ਜਾਂ ਲੋਕਾਂ ਦੇ ਮੁੱਦਿਆਂ ਦੇ ਨਾਲ ਘੱਟ ਜੁੜੇ ਹੋਏ ਨੇ। ਜਗਦੀਸ਼ ਜੀ, ਤੁਹਾਡਾ ਇਸ ਚਰਚਾ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਧੰਨਵਾਦ। ਕੋਈ ਭੁੱਲ ਚੁੱਕ ਹੋਵੇ ਮਾਫੀ। ਸਤਿ ਸ਼੍ਰੀ ਅਕਾਲ। ਅਗਲੇ ਹਫ਼ਤੇ ਫਿਰ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ। ਤੁਸੀਂ ਆਪਣੇ ਵਿਚਾਰ ਇਸ ਇਸ਼ੂ 'ਤੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਫਿਰ ਮਿਲਾਂਗੇ। ਧੰਨਵਾਦ।